ਵਾਇਸ ਆਫ ਇੰਡੀਆ ਤੇ ਆਪ ਸਾਰਿਆਂ ਦਾ ਹਾਰਦਿਕ ਸਵਾਗਤ ਹੈ ਜੀ। ਮੈਂ ਤੁਹਾਡਾ ਹੋਸਟ ਐਮਪੀ ਸਿੰਘ ਤੇ ਮੇਰੇ ਨਾਲ ਸਟੂਡੀਓ 'ਚ ਹਾਜ਼ਰ ਨੇ ਪ੍ਰੋਫੈਸਰ ਆਰ ਐਸ ਬਰਾੜ ਜੀ। ਸਤਿ ਸ਼੍ਰੀ ਅਕਾਲ ਬਰਾੜ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਬਰਾੜ ਸਾਹਿਬ, ਵਿਸ਼ਾ ਬੜਾ ਨਿਵੇਕਲਾ ਜਿਹਾ ਚੁਣਿਆ ਅਸੀਂ, ਸਿੱਖ ਫਿਲਾਸਫੀ। ਉਂਝ ਤਾਂ ਇਹ ਮੈਨੂੰ ਲੱਗਦਾ ਹੁੰਦਾ ਵੀ ਭਾਰਾ ਭਾਰਾ ਜਿਹਾ ਸ਼ਬਦ ਹੈ, ਤੇ ਫਿਲਾਸਫਰ ਲੋਕ ਜਿਹੜੇ ਵਿਦਵਾਨ ਆ, ਜਿਹੜੇ ਰੀਸਰਚ ਕਰਦੇ ਹੈਗੇ ਆ, ਇਹ ਉਹਨਾਂ ਦਾ ਸਬਜੈਕਟ ਹੈ, ਸ਼ਾਇਦ ਮੇਰਾ ਸਬਜੈਕਟ ਨਹੀਂ ਹੈ। ਪਰ ਜਿਗਿਆਸਾ ਜ਼ਰੂਰ ਹੈ, ਮਨ ਵਿੱਚ ਕਾਹਲ ਜ਼ਰੂਰ ਹੈ ਕਿ ਸਿੱਖ ਫਿਲਾਸਫੀ ਨੂੰ ਸੌਖੇ ਤਰੀਕੇ ਨਾਲ ਸਮਝਿਆ ਕਿਵੇਂ ਜਾ ਸਕਦਾ। ਜੇ ਸੌਖੇ ਤਰੀਕੇ ਨਾਲ ਨਹੀਂ ਸਮਝਾਂਗੇ ਤਾਂ ਫਿਰ ਅਕਾਦਮਿਕ ਜਿਹੜਾ ਫੀਲਡ ਹੈਗਾ, ਹਾਂਜੀ, ਲਿਟਰੇਰੀ ਇਹ ਲੋਕ ਕਰਦੇ, ਉਹ ਤਾਂ ਭਾਰੀਆਂ ਭਾਰੀਆਂ ਗੱਲਾਂ ਕਰਕੇ ਉਂਝ ਹੀ ਸਾਰਾ ਕੁਝ ਬੋਝ ਥੱਲੇ ਦੱਬ ਦਿੰਦੇ ਆ, ਅਤੇ ਅਸਲੀਅਤ ਜਿਹੜੀ ਉਹ ਲੋਕਾਂ ਦੇ ਪੱਲੇ ਹੀ ਨਹੀਂ ਪੈਂਦੀ। ਸਿੱਖ ਫਿਲਾਸਫੀ ਨੂੰ ਸੌਖੇ ਤਰੀਕੇ ਨਾਲ ਸਮਝਣਾ ਹੋਵੇ ਤਾਂ ਕੀ ਹੈ ਜੀ ਸਿੱਖ ਫਿਲਾਸਫੀ? ਸ਼ੁਕਰੀਆ ਐਮਪੀ ਸਿੰਘ ਜੀ, ਸ਼ੁਕਰੀਆ ਵਾਇਸ ਆਫ ਇੰਡੀਆ ਮੀਡੀਆ, ਅਤੇ ਸ਼ੁਕਰੀਆ ਮੇਰੇ ਵਿਊਅਰਸ। ਤੁਸੀਂ ਬਿਲਕੁਲ ਦਰੁਸਤ ਫਰਮਾਇਆ ਕਿ ਫਿਲਾਸਫੀ ਦਾ ਜਦੋਂ ਸ਼ਬਦ ਆ ਜਾਂਦਾ ਤਾਂ ਲੱਗਦਾ ਕਿ ਕੋਈ ਬਹੁਤ ਵੱਡੀ ਗੱਲ ਹੋਣ ਵਾਲੀ ਹੈ ਇਹਦੇ ਵਿੱਚ। ਫਿਲਾਸਫੀ ਬਿਲਕੁਲ ਇੱਕ ਸਿੰਪਲ ਜਿਹਾ ਪ੍ਰੋਸੈਸ ਹੈ। ਸਿੱਖ ਫਿਲਾਸਫੀ ਦੇ ਐਂਗਲ ਤੋਂ ਸਿੱਖ ਫਿਲਾਸਫੀ ਨੂੰ 4 ਪਹਿਲੂਆਂ ਤੋਂ ਪਹਿਚਾਣਿਆ ਜਾਂਦਾ। ਠੀਕ ਹੈ ਜੀ। ਆਮ ਸਧਾਰਨ ਵਿਅਕਤੀ ਨੇ ਜੇ ਇਸ ਨੂੰ ਸਮਝਣਾ ਹੋਵੇ, ਪਹਿਲਾ ਤਾਂ ਹੈ ਵੀ ਸਿੱਖ ਫਿਲਾਸਫੀ ਦਾ ਸਮਾਜਿਕ ਵੈਲਿਊ ਕੀ ਹੈਗੀ ਆ। ਠੀਕ ਹੈ ਜੀ। ਦੂਸਰੀ ਇਸ ਦੀ ਰਾਜਨੀਤਿਕ ਵੈਲਿਊ ਕੀ ਹੈਗੀ ਆ। ਤੀਸਰਾ ਪਹਿਲੂ ਜਿਹੜਾ ਹੈਗਾ ਉਹ ਹੈ ਆਰਥਿਕ ਪਹਿਲੂ। ਤੇ ਚੌਥਾ ਹੈਗਾ ਜਿਹੜਾ ਕਿ ਇਹਦਾ ਹਾਈਐਸਟ ਮੰਨਿਆ ਜਾਂਦਾ, ਦੈਟ ਇਜ਼ ਦੀ ਸਪਿਰਿਚੁਅਲਿਟੀ ਆਸਪੈਕਟ ਆਫ ਇਟ। ਸਧਾਰਨ ਬੰਦੇ ਦੇ ਨੂੰ ਵੀ ਇਹ ਸਾਰੀਆਂ ਗੱਲਾਂ ਦਾ ਹੁੰਦਾ ਹੀ ਹੈ ਜੀ, ਵਾਬਸਤਾ ਰਹਿਣਾ ਪੈਂਦਾ। ਬਿਲਕੁਲ, ਸੁਸਾਇਟੀ ਨਾਲ ਵੀ ਰਹਿਣਾ ਉਹਨੇ, ਆਰਥਿਕਤਾ ਨਾਲ ਵੀ ਰਹਿਣਾ, ਧਰਮ ਨਾਲ ਜਾਂ ਕਹਿ ਲਓ ਵੀ ਉਹ ਵੀ ਰਹਿਣਾ ਹੈਗਾ, ਅਤੇ ਪੋਲੀਟੀਕਲ ਵੀ ਉਹਨੂੰ ਫੇਸ ਕਰਨੀਆਂ ਪੈਂਦੀਆਂ, ਪ੍ਰੋਬਲਮਸ ਵੀ ਫੇਸ ਕਰਨੀਆਂ ਪੈਂਦੀਆਂ, ਜਾਂ ਪੋਲੀਟੀਕਲ ਇੰਟਰਫੇਰੈਂਸ ਵੀ ਉਹਦੀ ਲਾਈਫ ਵਿੱਚ ਹੁੰਦੀ ਹੈ। ਇਹ ਫਿਲਾਸਫੀ ਜਿਹੜੀ ਸਿੱਖ ਫਿਲਾਸਫੀ, ਇਹ ਸਾਰੀਆਂ ਗੱਲਾਂ ਦੀ ਪੂਰਕ ਹੈ। ਹਾਂਜੀ, ਇਹ ਬਿਲਕੁਲ ਜਿਹੜੀ ਸਿੱਖ ਫਿਲਾਸਫੀ ਹੈ ਨਾ, ਇਹ ਤੁਹਾਡੀ ਸਿੱਖਿਜ਼ਮ ਦਾ ਬੇਸਿਸ ਹੈ। ਠੀਕ ਹੈ। ਜਿਹੜਾ ਸਿੱਖ ਰਿਲੀਜਨ ਹੈਗਾ ਉਹਦੇ ਵਿੱਚ ਜਿਹੜੀਆਂ ਪ੍ਰੈਕਟਿਸਿਸ ਜਿਹੜੀਆਂ ਆ ਗਈਆਂ ਨੇ ਲੰਬੇ ਸਮੇਂ ਤੋਂ, ਉਹ ਉਹਦਾ ਪਾਰਟ ਹੈਗਾ। ਠੀਕ। ਫਿਲਾਸਫੀ ਨੂੰ ਅਸੀਂ ਐਕੈਡੈਮਿਕ ਐਂਗਲ ਤੋਂ ਦੇਖਦੇ ਹਾਂ, ਤੇ ਜਿਹੜਾ ਹੈਗਾ ਰਿਲੀਜਨ ਇਸ ਨੂੰ ਵਿਵਹਾਰਕ ਪ੍ਰੈਕਟੀਕਲ ਐਂਗਲ ਤੋਂ ਦੇਖਦੇ ਹਾਂ ਕਿ ਜੇ ਤੁਸੀਂ ਰਿਲੀਜਨ ਪ੍ਰੈਕਟਾਈਜ਼ ਕਰਨਾ ਹੈ ਤਾਂ ਤੁਸੀਂ ਕਿਹੜੀਆਂ ਕਿਹੜੀਆਂ ਪ੍ਰੈਕਟਿਸਿਸ ਕਰਨੀਆਂ, ਤੇ ਜੇ ਤੁਸੀਂ ਸਿੱਖਿਜ਼ਮ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਆ ਤੇ ਫਿਰ ਤੁਹਾਨੂੰ ਉਸ ਦੀਆਂ ਵੈਲਿਊਜ਼ ਜਿਹੜੀਆਂ ਹੈਗੀਆਂ ਉਹਨਾਂ ਦੇ ਉੱਪਰ ਜਿਹੜਾ ਜ਼ਿਆਦਾ ਕੰਸਨਟਰੇਟ ਕਰਨਾ ਪੈਂਦਾ। ਠੀਕ ਹੈ। ਕਿਉਂਕਿ ਜਦੋਂ ਸਿੱਖਿਜ਼ਮ ਸਟਾਰਟ ਹੁੰਦਾ ਨਾ, ਗੁਰੂ ਨਾਨਕ ਪਾਤਸ਼ਾਹ ਦਾ ਆਗਮਨ ਹੈ, ਇੱਕ ਉਹਦਾ ਜਿਹੜਾ ਪਿਛੋਕੜ ਸੀ ਉਸ ਟਾਈਮ ਦਾ, 2-3 ਚੀਜ਼ਾਂ ਸੀਗੀਆਂ। ਇੱਕ ਤਾਂ ਉਸ ਟਾਈਮ ਹਿੰਦੂਇਜ਼ਮ ਦੀ ਇੱਕ ਆਈਡੀਆਲੋਜੀ ਸੀਗੀ ਕਿ ਆਈਡਲ ਵਰਸ਼ਿਪ ਸੀਗੀ। ਠੀਕ ਹੈ। ਦੂਸਰਾ ਸੀਗਾ ਉਸ ਟਾਈਮ ਜਿਹੜੇ ਯੋਗੀ ਸੀਗੇ ਉਹਨਾਂ ਵਿੱਚ ਗੁਰੂ ਦੀ ਮਰਿਆਦਾ ਸੀ। ਠੀਕ ਹੈ। ਗੁਰੂ ਚੇਲੇ ਦੀ ਪਰੰਪਰਾ ਸੀ। ਤੀਸਰਾ ਜਿਹੜਾ ਸੀਗਾ ਕਿ ਇੱਕ ਕਨਸੈਪਟ ਆਫ ਗੋਡ ਕੀ ਹੈਗਾ। ਯੋਗੀ ਗੁਰੂ ਨੂੰ ਹੀ ਰੱਬ ਵਾਂਗ ਮੰਨਦੇ ਸੀ। ਹਿੰਦੂਇਜ਼ਮ ਦੇ ਵਿੱਚ ਜ਼ਿਆਦਾਤਰ ਇਹ ਸੀਗਾ ਕਿ ਆਈਡਲ ਵਰਸ਼ਿਪ ਸੀਗੀ, ਤੇ ਉਹਨਾਂ ਨੂੰ ਉਹੀ ਭਗਵਾਨ ਈਸ਼ਵਰ ਸਾਰਾ ਮੰਨਦੇ ਸੀ। ਪਰ ਇਸਲਾਮ ਉਸ ਟਾਈਮ ਜਿਹੜਾ ਸੀਗਾ, ਇਸਲਾਮ ਜਿਹੜਾ ਬਹੁਤ ਹਾਵੀ ਸੀਗਾ। ਇਸਲਾਮ ਦਾ ਮਕਸਦ ਇਹ ਸੀ ਕਿ ਸਾਰਿਆਂ ਨੂੰ ਅਸੀਂ ਇਸਲਾਮ ਦੇ ਵਿੱਚ ਕਨਵਰਟ ਕਰ ਦਈਏ। ਠੀਕ ਹੈ। ਤੋ ਸਿੱਖਿਜ਼ਮ ਦੇ ਜਿਹੜੇ ਪਹਿਲਾ ਰੈਵੋਲੂਸ਼ਨਰੀ ਥਾਟ ਹੈ ਗੁਰੂ ਨਾਨਕ ਪਾਤਸ਼ਾਹ ਦਾ, ਉਹ ਇਹ ਸੀਗਾ ਕਿ ਕਨਸੈਪਟ ਆਫ ਗੋਡ ਜਿਹੜਾ ਉਹਨਾਂ ਨੇ ਦਿੱਤਾ ਨਾ, ਉਸ ਨੂੰ ਉਹਨਾਂ ਨੇ ਯੂਨੀਵਰਸਲ ਕਰਤਾ। ਠੀਕ ਹੈ। ਕਿ ਰੱਬ ਇੱਕ ਹੈ, ਇੱਕੋ ਹੀ। ਇਹ ਹਿੰਦੂਆਂ ਦੇ ਜਿਹੜੇ ਬ੍ਰਾਹਮਣ ਕਲਾਸ ਸੀ, ਜਿਹੜੇ ਕਹਿੰਦੇ ਸੀ ਅਸੀਂ ਹੀ ਇਸ ਦੀ ਪੂਜਾ ਕਰ ਸਕਦੇ ਹਾਂ, ਜਾਂ ਯੋਗੀ ਸੀ ਜਿਹੜੇ ਕਹਿੰਦੇ ਸੀ ਵੀ ਗੁਰੂ ਤੋਂ ਬਿਨਾਂ ਗੁਜ਼ਾਰਾ ਹੀ ਨਹੀਂ ਹੈਗਾ। ਇਸਲਾਮ ਕਹਿੰਦਾ ਸੀਗਾ ਜੇ ਅੱਲਾ ਹੀ ਹੈ, ਜੇ ਤੁਸੀਂ ਇਸਲਾਮ 'ਚ ਹੀ ਹੋ ਤੇ ਤਾਂ ਹੀ ਤੁਸੀਂ ਪਰਮਾਤਮਾ ਨੂੰ ਮਿਲ ਸਕਦੇ ਹੋ। ਤਾਂ ਇੱਕ ਬੈਰੀਅਰ ਸੀ ਉਸ ਟਾਈਮ ਦੇ। ਠੀਕ ਹੈ। ਤੇ ਮੈਂ ਇਹਨੂੰ ਇਸ ਕਰਕੇ ਰੈਵੋਲੂਸ਼ਨਰੀ ਥਾਟ ਮੰਨਦਾ ਹਾਂ ਕਿ ਇਹ ਬੈਰੀਅਰ ਗੁਰੂ ਸਾਹਿਬ ਨੇ ਬਿਲਕੁਲ ਬ੍ਰੇਕ ਕੀਤਾ। ਇਸ ਬੈਰੀਅਰ ਨੂੰ ਬ੍ਰੇਕ ਕਰਨ ਤੋਂ ਬਾਅਦ ਗੁਰੂ ਸਾਹਿਬ ਨੇ ਲੋਕਾਂ ਦੀਆਂ ਜਿਹੜੀਆਂ ਲੋੜਾਂ ਸੀਗੀਆਂ, ਆਰਥਿਕ ਲੋੜਾਂ ਸੀ, ਸਮਾਜਿਕ ਸੀ, ਰਾਜਨੀਤਿਕ ਸੀ, ਉਹਨਾਂ ਦਾ ਵੀ ਅਧਿਐਨ ਕੀਤਾ। ਉਸ ਵੇਲੇ ਹਾਲਤ ਹੀ ਬੜੀ ਖਰਾਬ ਸੀ, ਸਮਾਜਿਕ ਵੀ, ਰਾਜਨੀਤਿਕ ਵੀ, ਬਹੁਤ ਹਾਲਤ ਖਰਾਬ ਸੀ। ਤੇ ਗੁਰੂ ਸਾਹਿਬ ਨੇ ਇੱਕ ਦਿਸ਼ਾ ਦਿੱਤੀ ਉਸ ਦਿਨ ਦੇ ਸਮਾਜ ਨੂੰ ਕਿ ਤੁਸੀਂ ਆਹ ਰਸਤਾ ਛੱਡ ਕੇ ਤੁਸੀਂ ਆਹ ਰਸਤਾ ਅਪਣਾਓ। ਠੀਕ ਹੈ। ਕਿਉਂਕਿ ਰਸਤਾ ਇੰਨਾ ਰੈਵੋਲੂਸ਼ਨਰੀ ਸੀ, ਰਸਤਾ ਇੰਨਾ ਪਾਵਰਫੁਲ ਸੀ, ਤੇ ਬਹੁਤ ਜਲਦੀ ਲੋਕਾਂ ਨੇ ਇਸ ਨੂੰ ਫੋਲੋ ਕਰਨਾ ਸ਼ੁਰੂ ਕਰ ਦਿੱਤਾ।
ਠੀਕ ਹੈ। ਇਹਦੇ ਬੜੇ ਖੂਬਸੂਰਤ ਪੜਾਅ ਨੇ ਸਿੱਖੀਜ਼ਮ ਦੀ ਫਿਲਾਸਫੀ ਦੇ। ਦੇਖੋ, ਗੁਰੂ ਨਾਨਕ ਪਾਤਸ਼ਾਹ ਦੇ ਵੇਲੇ ਗੁਰੂ ਨਾਨਕ ਪਾਤਸ਼ਾਹ ਨੇ ਉਦਾਸੀਆਂ ਧਾਰਨ ਕੀਤੀਆਂ ਤੇ ਲੋਕਾਂ ਨੂੰ ਦੱਸਿਆ ਕਿ ਮੇਰਾ ਰਸਤਾ ਕੀ ਹੈ। ਉਦਾਸੀਆਂ ਤੋਂ ਕਈ ਵਾਰੀ ਇਹ ਲੱਗਦਾ ਹੁੰਦਾ, ਜਿਹੜਾ ਉਦਾਸੀ ਸ਼ਬਦ ਤੋਂ ਲੱਗਦਾ ਹੁੰਦਾ ਵੀ ਉਹ ਪਰਾਮਤਾ ਜੀ ਆ ਤੇ ਉਹ ਘਰੋਂ ਬਾਹਰੋਂ ਨਹੀਂ ਸੰਤੁਸ਼ਟ ਸੀ ਤੇ ਨਿਕਲ ਪਏ ਵੀ ਚਲੋ ਸ਼ਾਇਦ ਰੱਬ ਨੂੰ ਲੱਭਦੇ ਫਿਰਦੇ ਸੀ। ਮੈਨੂੰ ਲੱਗਦਾ ਕਿ ਅਸਲ 'ਚ ਇਹਦਾ ਇਹ ਜਿਹੜਾ ਕਨਸੈਪਟ ਗਲਤ ਹੈਗਾ, ਸਗੋਂ ਇਹ ਕਨਸੈਪਟ ਸੀਗਾ ਕਿ ਉਹਨੂੰ ਤਾਂ ਪਤਾ ਹੀ ਸੀਗਾ ਵੀ ਮੈਂ ਕਿਸ ਮਿਸ਼ਨ 'ਤੇ ਚੱਲਿਆ। ਉਸ ਮਿਸ਼ਨ ਦੀ ਪੂਰਤੀ ਲਈ ਉਹਨੇ ਦੁਨੀਆ ਪੂਰੀ ਦਾ ਉਸ ਵੇਲੇ ਜਿੰਨੀ ਵੀ ਸੀਗੀ, ਜਿੰਨੀ ਉਹ ਦੁਨੀਆ ਦਾ ਪਤਾ ਸੀਗਾ, ਉਹ ਪੂਰੀ ਦੁਨੀਆ ਦੀ ਉਹਨਾਂ ਨੇ ਯਾਤਰਾ ਕੀਤੀ ਔਰ ਲੋਕਾਂ ਨੂੰ ਥਾਂ ਥਾਂ ਜਾ ਕੇ ਗਿਆਨ ਦਿੱਤਾ, ਗਿਆਨ ਵੰਡਿਆ। ਬਿਲਕੁਲ, ਇਹ ਉਹਨਾਂ ਦੇ ਟਰੈਵਲਸ ਸੀਗੇ। ਹਾਂ, ਕਿਉਂਕਿ ਇਹ ਸਾਰੇ ਟਰੈਵਲਸ ਉਹਨਾਂ ਨੇ ਇਲਹਾਮ ਤੋਂ ਬਾਅਦ ਸ਼ੁਰੂ ਕੀਤੇ ਨੇ। ਜਦੋਂ ਉਹਨਾਂ ਨੂੰ ਖੁਦ ਪਤਾ ਲੱਗ ਗਿਆ ਕਿ ਪਰਮਾਤਮਾ ਦਾ ਰਸਤਾ ਕਿਹੜਾ ਹੈਗਾ, ਤੇ ਜਦੋਂ ਉਹਨਾਂ ਨੇ ਕਿਹਾ ਕਿ ਜੈਸੀ ਮੈਂ ਆਵੇ ਖਸਮ ਕੀ ਬਾਣੀ ਫੈਸਲਾ ਕਰੇ ਗਿਆਨ ਵੇ ਲਾ ਲਓ, ਤਾਂ ਉਹਨਾਂ ਨੇ ਸੋਚਿਆ ਕਿ ਪਰਮਾਤਮਾ ਨੇ ਮੈਨੂੰ ਇੰਨਾ ਵੱਡਾ ਗਿਆਨ ਦਿੱਤਾ। ਤੇ ਫਿਰ ਜਿਹੜਾ ਇਹਦੇ ਨੈਕਸਟ ਰੈਵੋਲੂਸ਼ਨਰੀ ਥਾਟ ਸੀਗਾ ਨਾ, ਉਹਨਾਂ ਨੇ ਹਰ ਮਨੁੱਖ ਨੂੰ ਹੀ ਸੈਂਟਰ ਮੰਨਿਆ ਕਿ ਕੋਈ ਵੀ ਬੰਦਾ ਇਸ ਰਸਤੇ ਤੇ ਚੱਲ ਸਕਦਾ, ਜਿਸ ਨੂੰ ਕਿ ਉਹਨਾਂ ਨੇ ਸਿੱਖ ਕਿਹਾ, ਲਰਨਰ ਕਿਹਾ ਹੈਗਾ, ਸ਼ਿਕਸ਼ਕ ਕਿਹਾ ਹੈਗਾ, ਵੀ ਉਹ ਇਸ ਰਸਤੇ ਤੇ ਆਵੇ ਤਾਂ ਉਹ ਸਿੱਖ ਹੈਗਾ। ਠੀਕ ਹੈ। ਬਹੁਤ ਬਾਣੀ ਉਸ ਟਾਈਮ ਉਹਨਾਂ ਨੇ ਰਚੀ। ਜਦੋਂ ਬਾਬਰ ਨੇ ਅਟੈਕ ਕੀਤਾ ਤੇ ਬਾਬਰ ਨੂੰ ਵੀ ਬਹੁਤ ਲਾਹਨਤਾਂ ਪਾਈਆਂ। ਬਾਬਰ ਬਾਣੀ ਲਿਖੀ ਕਿ ਪਾਪ ਕੀ ਜੰਜ ਲੈ ਕਾਬੂ ਤਾਇਆ, ਚੋਰੀ ਮੰਗੇ ਲਾਂਦ ਵੇਲਾ। ਬਹੁਤ ਜ਼ਬਰਦਸਤ ਚੁਣੌਤੀ ਸੀ ਇਹ। ਤੇ ਜੇ ਅਸੀਂ ਇਤਿਹਾਸਕ ਪੱਖ ਦੇਖਦੇ ਹਾਂ ਤਾਂ ਇੱਥੋਂ ਹੀ ਸਿੱਖੀਜ਼ਮ ਦਾ ਤੇ ਇਸਲਾਮ ਦਾ ਟਕਰਾਓ ਸ਼ੁਰੂ ਹੋ ਜਾਂਦਾ ਹੈ। ਗੁਰੂ ਨਾਨਕ ਤੋਂ ਪਾਤਸ਼ਾਹ, ਗੁਰੂ ਅੰਗਦ ਪਾਤਸ਼ਾਹ ਆਏ, ਫਿਰ ਰਾਮਦਾਸ ਪਾਤਸ਼ਾਹ ਆਏ। ਜਿਵੇਂ ਜਿਵੇਂ ਸਿੱਖੀਜ਼ਮ ਤੇ ਸਿੱਖ ਫਿਲਾਸਫੀ ਜਿਹੜੀ ਹੈਗੀ ਆ ਉਹ ਲੋਕਾਂ ਵਿੱਚ ਪਾਪੂਲਰ ਹੋਣ ਲੱਗੀ, ਤਾਂ ਉਸ ਟਾਈਮ ਦੇ ਜਿਹੜੇ ਰਾਜੇ ਸੀ ਉਹਨਾਂ ਨੂੰ ਲੱਗਿਆ ਕਿ ਇਸਲਾਮ ਖਤਰੇ ਵਿੱਚ ਹੈ। ਬਿਲਕੁਲ। ਜਦੋਂ ਉਹਨਾਂ ਨੂੰ ਲੱਗਿਆ ਕਿ ਇਸਲਾਮ ਖਤਰੇ ਵਿੱਚ ਆ ਤਾਂ ਉਹਨਾਂ ਦਾ ਆਈਡੀਆ ਇਹ ਸੀ ਕਿ ਇਸ ਨੂੰ ਕਿਵੇਂ ਨਾ ਕਿਵੇਂ ਨਸ਼ਟ ਕੀਤਾ ਜਾਵੇ। ਇਹ ਜਿਹੜਾ ਸਿਸਟਮ ਚੱਲ ਪਿਆ ਸਿੱਖੀਜ਼ਮ ਦਾ, ਇਹ ਕਿਉਂਕਿ ਇੰਨਾ ਪਾਵਰਫੁਲ ਆ, ਇਹ ਕਿਸੇ ਟਾਈਮ ਸਾਨੂੰ ਆਊਟਵਿਟ ਕਰ ਸਕਦਾ, ਸਾਨੂੰ ਡੀਥਰੋਨ ਕਰ ਸਕਦਾ। ਕਿਉਂਕਿ ਬਾਬੇ ਨਾਨਕ ਦੀ ਗੱਲ ਤਾਂ ਸਿੱਧੀ ਚੁਣੌਤੀ ਸੀ ਜੀ ਉਸ ਵੇਲੇ ਦੇ ਹਾਕਮਾਂ ਨੂੰ। ਤੇ ਨੈਚੁਰਲੀ ਆ ਉਹ ਹਾਕਮ ਵੀ ਇਹਨਾਂ ਤੋਂ ਔਖੇ, ਤੇ ਜਿਹੜੇ ਉਹਨਾਂ ਦੇ ਧਾਰਮਿਕ ਬੁਰਕਿਆਂ ਦੇ ਵਿੱਚ ਬੈਠੇ ਸੀ ਉਹਨਾਂ ਨੂੰ ਵੀ ਸਿੱਧੀ ਚੁਣੌਤੀ ਸੀ। ਸਿੱਖ ਫਿਲਾਸਫੀ ਦਾ ਜਿਹੜਾ ਬਰਥ ਹੈ ਨਾ, ਉਹ ਕਲੀਅਰ ਕੱਟ ਹੈਗਾ ਕਿ ਉਹ ਟਕਰਾਓ ਵਿੱਚੋਂ ਨਿਕਲਿਆ। ਪਹਿਲੇ ਦਿਨ ਤੋਂ ਟਕਰਾਓ ਵਿੱਚੋਂ ਨਿਕਲਿਆ। ਔਰ ਇਹਦੀ ਖੂਬਸੂਰਤੀ ਇਹ ਹੈ ਕਿ ਜਿਹੋ ਜਿਹੀਆਂ ਇਹਨਾਂ ਨੂੰ ਚੁਣੌਤੀਆਂ ਆਈਆਂ, ਚੈਲੰਜਸ ਆਏ ਨੇ, ਉਵੇਂ ਗੁਰੂ ਸਾਹਿਬ ਨੇ ਉਹਨਾਂ ਨੂੰ ਚੈਲੰਜਸ ਦਾ ਸੋਲੂਸ਼ਨ ਕੀਤਾ। ਠੀਕ ਹੈ। ਮੈਂ ਬਰੀਫਲੀ ਪਹਿਲਾਂ ਤੁਹਾਨੂੰ ਦੱਸਦਾ ਕਿ ਗੁਰੂ ਨਾਨਕ ਪਾਤਸ਼ਾਹ ਤੋਂ ਬਾਅਦ ਕਲਚਰਲ ਚੇਂਜਸ ਆਉਣੀਆਂ ਸ਼ੁਰੂ ਹੋ ਗਈਆਂ। ਪਹਿਲਾਂ ਸਾਡੇ ਵਿਆਹ ਸ਼ਾਦੀਆਂ ਹੁੰਦੇ ਸੀ ਤੇ ਅਸੀਂ ਅਗਨੀ ਸਾਖੀ ਮੰਨ ਕੇ ਫੇਰੇ ਲੈਂਦੇ ਸੀ, ਕਿਉਂਕਿ ਸਿੱਖੀਜ਼ਮ ਦਾ ਕਲਚਰ ਨਵਾਂ ਬਣਨਾ ਸ਼ੁਰੂ ਹੋ ਗਿਆ। ਤਾਂ ਗੁਰੂ ਅਮਰਦਾਸ ਤੇ ਰਾਮਦਾਸ ਦੇ ਟਾਈਮ ਸਿੱਖਾਂ ਦੇ ਸਵਾਲ ਸੀ ਵੀ ਸਾਡੇ ਵਿਆਹ ਸ਼ਾਦੀਆਂ ਕਿਸ ਤਰ੍ਹਾਂ ਹੋਣ। ਤਾਂ ਉਹਨਾਂ ਨੇ ਕਿਹਾ ਵੀ ਤੁਸੀਂ ਲਾਵਾਂ ਦਾ ਪਾਠ ਕਰੋ। ਠੀਕ ਹੈ। ਗੁਰੂ ਨੂੰ ਮੰਨੋ, ਲਾਵਾਂ ਦਾ ਪਾਠ ਕਰੋ। ਇਸੇ ਤਰ੍ਹਾਂ ਹੀ ਜਦੋਂ ਗੁਰੂ ਅਰਜਨ ਪਾਤਸ਼ਾਹ ਦਾ ਟਾਈਮ ਆਇਆ ਤੇ ਗੁਰੂ ਅਰਜਨ ਪਾਤਸ਼ਾਹ ਦੇ ਟਾਈਮ ਵੀ ਬਹੁਤ ਜ਼ੁਲਮ ਸੀ। ਜ਼ੁਲਮ ਦੇ ਦੌਰਾਨ ਸਾਰੀ ਬਾਣੀ ਇਕੱਠੀ ਕਰਕੇ ਇਹ ਐਵੋਲੂਸ਼ਨ ਹੋ ਰਹੀ ਹੈ ਫਿਲਾਸਫੀ ਦੀ। ਗੁਰੂ ਗ੍ਰੰਥ ਸਾਹਿਬ ਦੀ ਸਥਾਪਨਾ ਕੀਤੀ। ਬਹੁਤ ਵੱਡਾ ਕੰਮ ਸੀ, ਬਹੁਤ ਚੁਣੌਤੀਆਂ। ਔਰ ਉਹਨਾਂ ਤੋਂ ਪਹਿਲਾਂ ਗੁਰੂ ਰਾਮਦਾਸ ਜੀ ਨੇ ਅੰਮ੍ਰਿਤਸਰ ਜਗ੍ਹਾ ਬਣਾ ਕੇ ਦਿੱਤੀ। ਫਿਰ ਗੁਰੂ ਅਰਜਨ ਪਾਤਸ਼ਾਹ ਨੇ ਬੀੜ ਦਾ ਸੰਪਾਦਨ ਕਰਨਾ ਔਰ ਬੀੜ ਨੂੰ ਇੰਸਟਾਲ ਕਰਨਾ। ਇਹ ਚੀਜ਼ਾਂ ਜਿਹੜੀਆਂ ਸੀਗੀਆਂ ਮੁਸਲਮਾਨ ਰਾਜਿਆਂ ਨੂੰ ਭਾਉਂਦੀਆਂ ਨਹੀਂ ਸੀ। ਬਿਲਕੁਲ ਠੀਕ। ਵੀ ਇੱਕ ਪੈਰਲਲ ਜਿਹੜਾ ਹੈਗਾ, ਇਹ ਰਸਤਾ ਜਿਹੜਾ ਹੈਗਾ ਇਹ ਇਸਲਾਮ ਤੋਂ ਪਾਵਰਫੁਲ ਹੈਗਾ। ਫਿਰ ਗੁਰੂ ਹਰਗੋਬਿੰਦ ਆਉਂਦੇ ਨੇ। ਗੁਰੂ ਹਰਗੋਬਿੰਦ ਸਾਹਿਬ ਨੂੰ ਇਹ ਪਤਾ ਲੱਗਿਆ ਕਿ ਹੁਣ ਗੁਰੂ ਅਰਜਨ ਦੇਵ ਦੀ ਸ਼ਹੀਦੀ ਤੋਂ ਬਾਅਦ ਕਿ ਹੁਣ ਟਕਰਾਓ ਬਹੁਤ ਵੱਧ ਚੁੱਕਿਆ। ਤਾਂ ਉਹਨਾਂ ਨੇ ਟੈਂਪੋਰਲ ਪਾਵਰ ਅਕਾਲ ਤਖਤ ਦੀ ਸਥਾਪਨਾ ਕੀਤੀ, ਜਿੱਥੇ ਮੀਰੀ ਤੇ ਪੀਰੀ ਦਾ ਕਨਸੈਪਟ ਦਿੱਤਾ। ਇਹ ਸਾਰੀ ਫਿਲਾਸਫੀ ਹੈ। ਇਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਆਏ। ਗੁਰੂ ਤੇਗ ਬਹਾਦਰ ਸਾਹਿਬ ਦੇ ਟਾਈਮ ਵੀ ਬਹੁਤ ਜ਼ੁਲਮ ਦੀ ਇੰਤਹਾ ਸੀ ਕਿ ਸਵਾ ਮਨ ਜਿਹੜੇ ਹੈਗੇ ਆ ਜਨੇਊ ਲਹਾ ਕੇ ਤੇ ਮੁਸਲਮਾਨਾਂ ਵਿੱਚ ਕਨਵਰਟ ਕਰਨਾ। ਤਾਂ ਉਦੋਂ ਇਹ ਲੱਗਦਾ ਸੀਗਾ ਕਿ ਇਹਨੂੰ ਅੱਗੇ ਲੱਗ ਕੇ ਕੌਣ ਰੋਕ ਸਕਦਾ। ਤਾਂ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਜਿਹੜੀ ਹੈਗੀ ਆ, ਹਿੰਦ ਦੀ ਚਾਦਰ ਜਦੋਂ ਕਹਿੰਦੇ ਆ, ਹਿੰਦ ਦੀ ਚਾਦਰ ਕਿ ਸਾਰੇ ਹਿੰਦ ਨੂੰ, ਹਿੰਦੁਸਤਾਨ ਨੂੰ, ਹਿੰਦੂਇਜ਼ਮ ਨੂੰ ਉਹਨਾਂ ਨੇ ਆਪਣੀ ਸ਼ਹਾਦਤ ਦੇ ਨਾਲ ਬਚਾਇਆ।
ਇਹ ਇਸ ਦਾ ਕਲਮੀਨੇਸ਼ਨ ਸੀ। ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆ ਗਏ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਤਾਂ ਇਹ ਲੱਗਿਆ ਕਿ ਜਿੰਨਾ ਚਿਰ ਲੜਾਈ ਨਹੀਂ ਕੀਤੀ ਜਾਊਗੀ ਤਾਂ ਇਹਨਾਂ ਨੂੰ ਰਸਤਾ ਨਹੀਂ ਹੈ, ਰੋਕਿਆ ਨਹੀਂ ਜਾ ਸਕਦਾ ਇਹਨਾਂ ਨੂੰ। ਬਿਲਕੁਲ। ਤਾਂ ਉਸ ਰੋਕਣ ਵਾਸਤੇ ਉਹਨਾਂ ਨੇ ਜਬੀ ਬਾਣ ਲੱਗ ਗਏ ਕਵੀ ਰੋਸ ਜਾਗੇ, ਇਹ ਫਿਲਾਸਫੀ ਦਾ ਇੱਕ ਥਾਟ ਪ੍ਰੋਸੈਸ ਹੋਰ ਹੈ। ਨੈਕਸਟ ਪੜਾ ਸੀ ਹਾਂ। ਪੀਸ ਤੋਂ ਰੈਵੋਲੂਸ਼ਨ ਵੱਲ ਅਸੀਂ ਚੱਲਦੇ ਹੈਗੇ ਕਿ ਥਾਟ ਪ੍ਰੋਸੈਸ ਹੋ ਗਿਆ, ਸਿੰਘ ਸਾਜੇ, ਖਾਲਸਾ ਪੰਥ ਸਾਜਿਆ, ਸਾਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਆ। ਜੇ ਤੁਸੀਂ ਇਸ ਨੂੰ ਬਰੀਕੀ ਨਾਲ ਦੇਖਦੇ ਹੋ ਤਾਂ ਹਰ ਸਟੈਪ ਤੇ ਇੱਕ ਨਵਾਂ ਥਾਟ ਐਡ ਹੁੰਦਾ ਹੈ ਔਰ ਉਹ ਥਾਟ ਪਿਛਲੇ ਨਾਲੋਂ ਵੀ ਜ਼ਿਆਦਾ ਪਾਵਰਫੁਲ ਹੁੰਦਾ। ਉਹ ਇੰਨਾ ਪਾਵਰਫੁਲ ਹੁੰਦਾ ਕਿ ਤੁਹਾਡੇ ਫਾਲੋਅਰਸ ਜ਼ਿਆਦਾ ਵਧਣੇ ਸ਼ੁਰੂ ਹੋਏ। ਬਿਲਕੁਲ। ਇੱਕ ਦੇਖੋ ਗੱਲ ਪ੍ਰੋਫੈਸਰ, ਇਹ ਤਾਂ ਸਾਫ਼ ਹੈ ਕਿ ਗੁਰੂ ਨਾਨਕ ਸਾਹਿਬ ਨੇ ਜਿਹੜਾ ਫਲਸਫਾ ਦਿੱਤਾ, ਜਿਹੜੀ ਫਿਲਾਸਫੀ ਦੀ ਆਪਾਂ ਗੱਲ ਕਰਦੇ ਸਿੱਖ ਫਿਲਾਸਫੀ, ਇਹ ਫਲਸਫਾ ਸੋਚ ਦੀ ਬੁਨਿਆਦ ਜਿਹੜੀ ਆ ਉਹ ਬਾਬੇ ਨਾਨਕ ਨੇ ਹੀ ਰੱਖੀ। ਬਿਲਕੁਲ ਠੀਕ। ਬਾਬੇ ਨਾਨਕ ਨੇ ਜਿਹੜੀ ਬੁਨਿਆਦ ਰੱਖੀ ਉਹ 'ਚ ਬਿਲਕੁਲ ਤੁਹਾਡੀ ਗੱਲ ਨਾਲ ਮੈਂ ਕਈ 100% ਸਹਿਮਤ ਹਾਂ ਕਿ ਉਹਨਾਂ ਨੇ ਸਮਾਜਿਕ ਤੌਰ 'ਤੇ ਜੋ ਆਮ ਵਿਅਕਤੀ ਦੀ, ਆਮ ਲੋਕਾਂ ਦੀ ਦੁਰਦਸ਼ਾ ਸੀ, ਉਹਨੂੰ ਉਹਨਾਂ ਨੇ ਬਹੁਤ ਨੇੜਿਓਂ ਦੇਖਿਆ, ਨੇੜਿਓਂ ਵੇਖ ਕੇ ਉਹਦਾ ਬਦਲ ਦਿੱਤਾ। ਠੀਕ ਹੈ। ਔਰ ਬਦਲ ਦੇਣ ਤੋਂ ਬਾਅਦ ਉਹਨਾਂ ਨੇ ਇਹ ਦੇਖੋ ਜਿਹੜਾ ਵੰਡ ਛਕਣ ਵਾਲਾ ਕਨਸੈਪਟ ਹੈ, ਇਹ ਸਮਾਜਿਕ, ਇਹ ਬਿਲਕੁਲ ਸਮਾਜਿਕ ਹੈ। 3 ਚੀਜ਼ਾਂ ਨੇ ਜਿਹੜੀਆਂ ਕਿ ਕਾਰਡੀਨਲ ਪ੍ਰਿੰਸੀਪਲ ਕਹਿੰਦੇ ਆ, ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਹਾਂਜੀ। ਇਹ ਲੈਸਨ ਜਦੋਂ ਗੁਰੂ ਨਾਨਕ ਪਾਤਸ਼ਾਹ ਨੇ ਸਾਧੂਆਂ ਨੂੰ ਖਾਣਾ ਖਿਲਾਇਆ ਹੈ, ਇਹ ਲੈਸਨ ਉਸ ਦਿਨ ਹੀ ਸੀਗਾ। ਬਿਲਕੁਲ। ਕਿ ਵੰਡ ਛਕਣਾ ਹਾਂਜੀ ਤੇ ਆਪਣਾ ਜਿਹੜਾ ਆਪਦੇ ਕੋਲ ਜੋ ਹੈ ਉਸ ਨੂੰ ਅੱਗੇ ਟ੍ਰਾਂਸਫਰ ਕਰਨਾ। ਨਾਮ ਜਪਨ ਦੈਟ ਵਾਸ ਸਪਿਰਿਚੁਅਲਿਟੀ ਆਸਪੈਕਟ। ਬਿਲਕੁਲ। ਜਿਹੜਾ ਕਿ ਇਹ ਵੀ ਤੇਰਾ ਪਾਰਟ ਹੈਗਾ। ਤੇ ਵੰਡ ਛਕਣਾ ਤਾਂ ਤੁਸੀਂ ਦੇਖੋ ਵੀ ਸਿੱਖਾਂ ਦਾ ਜਿਹੜਾ ਲੰਗਰ ਹੈਗਾ, ਲੰਗਰ ਦੀ ਪ੍ਰਥਾ ਗੁਰੂ ਅਮਰਦਾਸ ਵੇਲੇ ਜਿਹੜੀ ਸ਼ੁਰੂ ਹੋਈ ਹੈਗੀ ਆ, ਉਹ ਪਾਰ ਐਕਸਲੈਂਸ ਹੈ, ਉਹਦਾ ਕੋਈ ਮੈਚ ਹੀ ਨਹੀਂ ਹੈਗਾ ਕਿਸੇ ਰਿਲੀਜਨ ਦੇ ਵਿੱਚ। ਠੀਕ। ਵੰਡ ਛਕਣ ਨੂੰ ਇਸ ਤਰੀਕੇ ਨਾਲ ਵੀ ਮੈਨੂੰ ਲੱਗਦਾ ਲੈਣਾ ਚਾਹੀਦਾ। ਵੈਸੇ ਤੁਸੀਂ ਇਸ ਗੱਲ ਤੇ ਜ਼ਿਆਦਾ ਉਹਨੂੰ ਇਲੈਬੋਰੇਟ ਕਰ ਸਕਦੇ ਹੋ। ਵੰਡ ਛਕਣ ਦਾ ਮਤਲਬ ਕਨਸੈਪਟ ਇਹ ਹੈ ਕਿ ਜੇ ਤੁਹਾਡੇ ਕੋਲ ਲੋੜ ਤੋਂ ਜ਼ਿਆਦਾ ਚੀਜ਼ ਹੈਗੀ ਆ ਤੇ ਤੁਸੀਂ ਉਹਨੂੰ ਰਲ ਮਿਲ ਕੇ ਉਹਦੀ ਯੂਟੀਲਾਈਜੇਸ਼ਨ ਕਰ ਸਕਦੇ ਹੋ। ਫਾਰ ਐਗਜ਼ਾਮਪਲ ਫੂਡ ਹੀ ਹੈ, ਠੀਕ ਹੈ ਜੀ। ਫੂਡ ਜੇ ਤੁਹਾਡੇ ਕੋਲ 2 ਡੰਗ ਦਾ ਹੈਗਾ ਵਾ ਤੇ ਦੂਸਰੇ ਗੁਆਂਢੀ ਕੋਲ 1 ਦਾ ਵੀ ਹੈ ਨਹੀਂ ਤੇ ਤੁਸੀਂ ਉਹਨੂੰ ਸ਼ੇਅਰ ਕਰ ਲਓ। ਇਹ ਕਨਸੈਪਟ ਜਿਹੜਾ ਆਪਣੇ ਆਪ ਵਿੱਚ ਬਹੁਤ ਵੱਡੀ ਗੱਲ ਹੈ। ਕੱਲ੍ਹ ਨੂੰ ਉਹਦੇ ਕੋਲ ਹੋਊਗਾ, ਤੁਹਾਨੂੰ ਵੀ ਸ਼ੇਅਰ ਕਰੂਗਾ, ਇਹਦੀ ਦੂਜੇ ਹੋਰ ਸ਼ੇਅਰ ਕਰਨਗੇ। ਇੱਕ ਸ਼ੇਅਰ ਕਰਨ ਦੀ ਜਿਹੜੀ ਪਰੰਪਰਾ ਹੈ ਬਾਬੇ ਨਾਨਕ ਤੋਂ ਸ਼ੁਰੂ ਹੋਈ, ਜਿਹੜੀ ਤੁਸੀਂ ਦੱਸਦੇ ਹੋ ਕਿ ਹੁਣ ਤੱਕ ਪੂਰੀ ਦੁਨੀਆ ਦੇ ਵਿੱਚ ਚੱਲ ਰਹੀ ਹੈ। ਔਰ ਬੜਾ ਮਾਣ ਤਾਣ ਇਸ ਗੱਲ ਦਾ ਹੈਗਾ, ਸਿੱਖਾਂ ਦੀ ਪਛਾਣ ਬਣ ਗਈ। ਇਹ ਪਛਾਣ ਬਣ ਗਈ ਕਿ ਜੇ ਕਿਤੇ ਲੰਗਰ ਲੱਗਾ ਹੋਇਆ, ਕਿਤੇ ਫ੍ਰੀ ਫੂਡ ਅਵੇਲੇਬਲ ਹੈ, ਇਟ ਮੀਨਸ ਕਿ ਸਿੱਖਾਂ ਨੇ ਪ੍ਰਬੰਧ ਕੀਤਾ। ਬਿਲਕੁਲ। ਕਿਉਂਕਿ ਨਾ ਕਿਰਤ ਕਰਨ ਦੇ ਨਾਲ ਉਹਨਾਂ ਨੇ ਫਿਰ ਦਸਵੰਧ ਦਾ ਕਨਸੈਪਟ ਵੀ ਦਿੱਤਾ। ਦੈਟ ਇਜ਼ ਅ ਪਾਰਟ ਆਫ ਸਿੱਖ ਫਿਲਾਸਫੀ। ਕਿ ਤੁਸੀਂ ਆਪਦੀ ਜਿਹੜੀ ਕਮਾਈ ਆ ਉਹਦਾ 10ਵਾਂ ਹਿੱਸਾ ਜਿਹੜਾ ਹੈਗਾ ਉਹ ਤੁਸੀਂ ਭਲੇ ਖਾਤਰ ਲਾਉਣਾ, ਸੋਸ਼ਲ ਵੈਲਫੇਅਰ। ਦਸਵੰਧ ਦੀ ਗੱਲ ਜਿਹੜੀ, ਉਹ ਦੇਖੋ 500 ਸਾਲ ਪਹਿਲਾਂ ਇਹ ਗੱਲ ਕਹੀ ਸੀ। ਅੱਜ ਵੀ ਉਹਨੀ ਸਾਰਥਕ ਹੈ। ਅੱਜ ਵੀ ਲੋਕੀ ਉਹਦੇ ਉੱਪਰ ਜਿਹੜੇ ਕਿ ਆ ਆਪਣਾ ਪਹਿਰਾ ਦਿੰਦੇ ਹੈ। ਬਿਲਕੁਲ। ਇੱਕ ਪ੍ਰੋਫੈਸਰ ਜਿਹੜੀ ਗੱਲ ਇਹ ਆ ਕਿ ਜਿਹੜੀ ਰਾਜਨੀਤਿਕ ਲੋਕਾਂ ਨੂੰ ਚੁਣੌਤੀ ਦੇਣ ਵਾਲੀ ਗੱਲ ਹੈ, ਉਹ ਸ਼ਾਇਦ ਬਾਬੇ ਨਾਨਕ ਤੋਂ ਪਹਿਲਾਂ ਕਿਸੇ ਨੇ ਨਹੀਂ ਦਿੱਤੀ। ਸਿੱਖੀਜ਼ਮ ਕਿਉਂਕਿ ਨਾ ਬਹੁਤ ਯੰਗੈਸਟ ਹੈਗਾ ਤੇ ਜਿਹੜਾ ਇੰਡੀਆ ਦੇ ਵਿੱਚ ਜ਼ੁਲਮ ਵੀ ਹੋਇਆ ਉਹ ਜ਼ਿਆਦਾ ਮੁਗਲਾਂ ਕਰਕੇ ਆਇਆ, ਮੁਗਲਾਂ ਟਾਈਮ ਆਇਆ। ਤਾਂ ਉਹ ਇੰਡੀਅਨ ਕੰਟੈਕਸਟ ਦੇ ਵਿੱਚ ਸਿੱਖੀਜ਼ਮ ਨੇ ਹੀ ਪਹਿਲੀ ਚੁਣੌਤੀ ਦਿੱਤੀ ਹੈਗੀ। ਇਹਨੇ ਇਕੱਲੇ ਉਸ ਨੂੰ ਨਹੀਂ ਦਿੱਤੀ, ਜਿੰਨੀਆਂ ਐਸਟੈਬਲਿਸ਼ਡ ਮਰਿਆਦਾ ਸੀਗੀਆਂ ਪਹਿਲੀਆਂ, ਹਿੰਦੂ ਮਰਿਆਦਾ ਸੀ, ਉਹਦੇ ਚ ਜਿਹੜੀ ਮਾਨਤਾਵਾਂ ਕਾਸਟ ਸਿਸਟਮ ਸੀ, ਧੱਕੇ ਨਾਲ ਲਾਈਆਂ ਮਾਨਤਾਵਾਂ ਸੀਗੀਆਂ, ਉਹਨਾਂ ਨੂੰ ਸਿੱਧੀ ਫਾਰ ਐਗਜ਼ਾਮਪਲ ਕਾਸਟ ਸਿਸਟਮ ਸੀ ਉੱਥੇ। ਹਾਂਜੀ, ਕਾਸਟ ਬੜੀ ਵੱਡੀ ਗੱਲ ਹੈ। ਕਾਸਟ ਸਿਸਟਮ ਦੇ ਵਿੱਚ ਬ੍ਰਾਹਮਣ, ਵੈਦ, ਤੇ ਕਾਸਟ ਸਿਸਟਮ ਜਿਹੜਾ ਮੁਸਲਮਾਨਾਂ 'ਚ ਵੀ ਸ਼ਾਇਦ ਹੋਊਗਾ, ਪਰ ਹਿੰਦੂ ਧਰਮ ਵਿੱਚ ਤਾਂ ਬਹੁਤ ਜ਼ਿਆਦਾ ਉੱਥੇ ਮਾਨਤਾ ਸੀ ਇਸ ਨੂੰ। ਜਿਹੜਾ ਸ਼ੂਦਰ ਹੈਗਾ ਉਹਨੂੰ ਪਿੱਛੇ ਰੱਖਿਆ ਗਿਆ ਸੀ। ਤਾਂ ਗੁਰੂ ਸਾਹਿਬ ਨੇ ਕਿਹਾ ਕਿ ਇਕੁਐਲਿਟੀ ਆਫ ਆਲ, ਤੇ ਜਿਹਦੇ ਜੋ ਉਹਨਾਂ ਨੇ ਜਿਹੜੇ ਕਿ ਲੰਗਰ ਜੇ ਛਕਣਾ ਤਾਂ ਤੁਸੀਂ ਇੱਕ ਲਾਈਨ 'ਚ ਬੈਠੋ, ਚਾਹੇ ਬਾਦਸ਼ਾਹ ਹੋਵੇ ਤੇ ਚਾਹੇ ਗਰੀਬ ਹੋਵੇ। ਤਾਂ ਇਕੁਐਲਿਟੀ ਜਿਹੜੀ ਸੀਗੀ ਨਾ ਇਹ ਉਸ ਟਾਈਮ ਦੀ, ਕਿਉਂਕਿ ਨਾ ਜਿੱਥੇ ਵੀ ਰਾਜ ਭਾਗ ਹੈ ਉੱਥੇ ਇਕੁਐਲਿਟੀ ਨਹੀਂ ਹੁੰਦੀ। ਤੇ ਜਦੋਂ ਗੁਰੂ ਸਾਹਿਬ ਨੇ ਇਕੁਐਲਿਟੀ ਦੀ ਗੱਲ ਕੀਤੀ ਤਾਂ ਰਾਜਿਆਂ ਨੂੰ ਲੱਗਿਆ ਕਿ ਇਹ ਸਾਰੇ ਬੰਦਿਆਂ ਨੂੰ ਬਰਾਬਰ ਬਿਠਾਊਗਾ, ਸਾਨੂੰ ਵੀ ਲੋਕਾਂ ਦੇ ਨਾਲ ਬੈਠਣਾ ਪਊਗਾ। ਅਸੀਂ ਉੱਚ ਕੋਟੀ ਦੇ ਜਿਹੜੀਆਂ ਉਸ ਟਾਈਮ ਦੀਆਂ ਮਰਿਆਦਾ ਸੀਗੀਆਂ ਉਹਨਾਂ ਨੂੰ ਵੀ ਇੱਕ ਤਰ੍ਹਾਂ ਦਾ ਚੈਲੰਜ ਸੀ। ਹਾਂਜੀ। ਇੱਕ ਹੋਰ ਗੱਲ ਜਿਹੜੀ ਮੈਂ ਜ਼ਿਆਦਾ ਮੈਨੂੰ ਲੱਗਦੀ ਹੈ, ਟੁੰਬਦੀ ਹੈ ਗੱਲ, ਕਿ ਜੇ ਸਿੱਖੀ ਦੇ ਵਿੱਚ ਹੋਈ ਆ ਜਾਂ ਸਿੱਖ ਫਿਲਾਸਫੀ ਦੇ ਵਿੱਚ ਇਹਦਾ ਜ਼ਿਕਰ ਕਰਨਾ ਬਹੁਤ ਜ਼ਰੂਰੀ ਹੈ।
ਉਹ ਮੈਨੂੰ ਲੱਗਦਾ ਕਿ ਜੀ ਜਿਹੜਾ ਤੁਸੀਂ ਕਾਸਟਿਜ਼ਮ ਦੀ ਗੱਲ ਕੀਤੀ, ਰਲ ਮਿਲ ਕੇ ਬੈਠਣ ਦੀ ਗੱਲ ਕੀਤੀ, ਇੱਕ ਪੜ੍ਹਨ ਦੀ ਗੱਲ, ਹਾਂਜੀ, ਪੜ੍ਹਨਾ ਤੇ ਪੜ੍ਹਾਉਣਾ ਜਿਹੜਾ ਸੀ ਨਾ ਜੀ, ਇਹ ਸ਼ਾਇਦ ਪਹਿਲਾਂ ਇਹ ਵੱਖਰਾ ਰੂਪ ਇਹਦਾ ਹੁੰਦਾ ਸੀ, ਪਰ ਬਾਬੇ ਨਾਨਕ ਤੋਂ ਬਾਅਦ ਜਾਂ ਬਾਬੇ ਨਾਨਕ ਵੇਲੇ ਉਹਨਾਂ ਨੇ ਜਿਹੜੀ ਪਰੰਪਰਾ ਸ਼ੁਰੂ ਕੀਤੀ ਉਹ ਇੱਕ ਡਿਫਰੈਂਟ ਸੀ ਵੀ ਤੁਸੀਂ ਜੇ ਪੜ੍ਹਦੇ ਹੀ ਨਹੀਂ ਹੈਗੇ, ਤੁਸੀਂ ਸਿਆਣੇ ਹੀ ਨਹੀਂ ਹੁੰਦੇ। ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਕਿ ਗੁਰੂ ਸਾਹਿਬ ਨੇ ਕਿਹਾ ਕਿ ਵਿਦਿਆ ਵਿਚਾਰੀ ਤਾਂ ਪਰਉਪਕਾਰ। ਬਿਲਕੁਲ, ਜੇ ਤੁਸੀਂ ਵਿਦਿਆ ਨੂੰ ਵਿਚਾਰੋਗੇ, ਵਿਚਾਰ ਨੂੰ ਹੀ ਉਹਨਾਂ ਨੇ ਪਹਿਲ ਦਿੱਤੀ ਆ, ਕਿਉਂਕਿ ਉਹਨਾਂ ਨੇ ਆਪ ਹੀ ਬਹੁਤ ਡਿਸਕੋਰਸਸ ਕੀਤੇ। ਜੇ ਕਿਸੇ ਨੂੰ ਡਿਫੀਟ ਕੀਤਾ ਉਹਨਾਂ ਨੇ ਲੌਜਿਕ ਤੇ ਜਾ ਕੇ ਡਿਫੀਟ ਕੀਤਾ ਹੈ, ਆਰਗੂਮੈਂਟਸ ਨਾਲ ਡਿਫੀਟ ਕੀਤਾ ਹੈਗਾ। ਤਾਂ ਜਦੋਂ ਗੁਰੂ ਅਮਰਦਾਸ ਦੇ ਟਾਈਮ ਫਿਰ ਜਦੋਂ ਮੰਜੀਆਂ ਦੀ ਸਥਾਪਨਾ ਕੀਤੀ ਆ, ਇਹ ਉਸ ਫਿਲਾਸਫੀ ਦਾ ਇਹ ਥਾਟਸ ਪ੍ਰਚਾਰ ਕਰਨ ਦਾ ਤਰੀਕਾ ਸੀ। ਤੁਸੀਂ ਖੁਦ ਪੜੋ ਤੇ ਆਪ ਜਪੋ, ਅਵਰਾ ਨਾਮ ਜਪਾਓ। ਇਹ ਕਨਸੈਪਟ ਜਿਹੜਾ ਸੀਗਾ ਕਿ ਪਹਿਲਾਂ ਤੁਸੀਂ ਖੁਦ ਤਿਆਰ ਹੋ। ਬਿਲਕੁਲ, ਖੁਦ ਤਿਆਰ ਹੋਣ ਤੋਂ ਬਾਅਦ ਫਿਰ ਤੁਸੀਂ ਇਸ ਨੂੰ ਡਿਸਟ੍ਰੀਬਿਊਟ ਕਰੋ। ਹੁਣ ਤੁਸੀਂ ਜਿਹੜੀ ਮੈਂ ਗੱਲ ਕੀਤੀ ਜੀ, ਤੁਸੀਂ ਇਹ 'ਤੇ ਧਿਆਨ ਦਿਓਗੇ ਕਿ ਗੁਰੂ ਗੋਬਿੰਦ ਸਿੰਘ ਹੋਰਾਂ ਨੇ ਮਤਲਬ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤਾਂ ਭਾਵੇਂ ਉਹਨਾਂ ਦੀ ਬਾਣੀ ਦਰਜ ਨਹੀਂ ਹੈ, ਪਰ ਉਹਨਾਂ ਨੇ ਬਹੁਤ ਸਾਰੀ ਬਾਣੀ ਰਚੀ, ਬਹੁਤ ਸਾਰੀ ਇੱਦਾਂ ਦੀ ਬਾਣੀ ਉਪਲਬਧ ਹੈਗੀ ਆ। ਭਾਵੇਂ ਚਲੋ ਕੁਛ ਕੰਟਰੋਵਰਸੀ ਮੈਂ ਉਹਨੂੰ ਨਹੀਂ ਵਿੱਚ ਇੱਥੇ ਦਖਲ ਦੇਣਾ ਚਾਹੁੰਦਾ, ਨਾ ਇਸ ਜ਼ਿਕਰ ਕਰਨਾ ਚਾਹੁੰਦਾ, ਪਰ ਗੁਰੂ ਗੋਬਿੰਦ ਸਿੰਘ ਹੋਰਾਂ ਨੇ ਖੁਦ 52 ਕਵੀ ਰੱਖੇ ਆਪਣੇ ਦਰਬਾਰ ਦੇ ਵਿੱਚ। ਉਹ 52 ਕਵੀਆਂ ਦੇ ਪਿੱਛੇ ਭਾਵਨਾ ਕਿਹੜੀ ਸੀ? ਇਹੀ ਸੀ ਨਾ ਜੀ ਕਿ ਉਹ ਵੱਖਰੇ ਵੱਖਰੇ ਵਿਚਾਰ ਜਿਹੜੇ ਲੈ ਕੇ ਆਉਂਦੇ ਆ, ਫਿਰ ਉੱਤੇ ਚਰਚਾ ਹੁੰਦੀ ਆ, ਇੱਕ ਦੂਜੇ ਦੇ ਨਾਲ ਵਿਚਾਰ ਚਰਚਾ ਜਦੋਂ ਕਰਦੇ ਆ ਤੇ ਇੱਕ ਨਿਵੇਕਲੀ ਸੋਚ ਸਾਹਮਣੇ ਆਉਂਦੀ ਆ। ਫਿਰ ਗੁਰੂ ਗ੍ਰੰਥ ਸਾਹਿਬ ਨੂੰ ਨਵੇਂ ਸਿਰੇ ਤੋਂ ਉਹਦੀ ਸੰਪਾਦਨਾ ਕਰਨ ਦਾ ਕੰਮ ਗੁਰੂ ਗੋਬਿੰਦ ਸਿੰਘ ਦੇ ਵੇਲੇ ਹੋਇਆ। ਹਾਂਜੀ, ਬਿਲਕੁਲ ਠੀਕ ਗੱਲ ਆ। ਗੁਰੂ ਗੋਬਿੰਦ ਸਿੰਘ ਜੀ ਦੇ ਵੀ ਬਹੁਤ ਗੁਣ ਨੇ। ਉਹ ਸੰਤ ਵੀ ਸੀ, ਉਹ ਸਿਪਾਹੀ ਵੀ ਸੀ, ਉਹ ਇੰਟੈਲੈਕਚੁਅਲ ਵੀ ਸੀ, ਉਹ ਵਾਰੀਅਰ ਵੀ ਸੀ, ਔਰ ਉਹਨਾਂ ਦੇ ਵਿੱਚ ਜਿਹੜਾ ਸਾਰਿਆਂ ਦੀ ਸਹਿਮਤੀ ਨਾਲ ਜਿਹੜਾ ਕੰਮ ਕਰਨ ਵਾਲਾ ਸੀ ਨਾ, 52 ਕਵੀਆਂ ਨੂੰ ਬਿਠਾ ਕੇ ਤੇ ਉਹਨਾਂ ਵਿੱਚ ਇੱਕ ਕਨਸੈਂਸਸ ਬਿਲਡ ਕਰਨੀ, ਇਹ ਆਪਣੇ ਆਪ ਵਿੱਚ ਇੱਕ ਡੈਮੋਕ੍ਰੈਟਿਕ ਪ੍ਰੋਸੈਸ ਸੀਗਾ। ਸਿੱਖ ਫਿਲਾਸਫੀ ਦੇ ਵਿੱਚ ਬਹੁਤ ਪਹਿਲਾਂ ਹੀ ਇੱਕ ਡੈਮੋਕ੍ਰੈਟਿਕ ਪ੍ਰੋਸੈਸ ਆਇਆ। 1920 ਦੇ ਵਿੱਚ ਜਦੋਂ ਅਸੀਂ SGPC ਲਈ ਹੈਗੀ ਆ, ਤਾਂ ਉਹ ਅਸੀਂ ਇਲੈਕਟਡ ਬੋਡੀ ਲਈ ਹੈ, ਅਸੀਂ ਨੋਮੀਨੇਟਡ ਨਹੀਂ ਲਈ ਸੀ। ਤਾਂ ਗੁਰੂ ਸਾਹਿਬ ਦੇ ਟਾਈਮ ਵੀ ਜਿੰਨਾ ਕੰਮ ਹੁੰਦਾ ਸੀ ਉਹ ਆਮ ਸਹਿਮਤੀ ਨਾਲ ਹੁੰਦਾ ਸੀ, ਆਮ ਸਹਿਮਤੀ ਨਾਲ ਹੁੰਦਾ ਸੀ। ਜਿਹੜਾ ਕਿ ਅਸੀਂ ਹੁਣ ਡੈਮੋਕ੍ਰੇਸੀ ਦਾ ਵੱਡਾ ਪ੍ਰਿੰਸੀਪਲ ਸਮਝਦੇ ਹਾਂ, ਉਹ ਸਿੱਖ ਫਿਲਾਸਫੀ ਦਾ ਵੀ ਵੱਡਾ ਪ੍ਰਿੰਸੀਪਲ ਹੈ। ਠੀਕ ਹੈ। ਗੁਰੂ ਸਾਹਿਬ ਨੇ ਜਦੋਂ ਨਿਹੰਗ ਸਾਜੇ ਨੇ, ਨਿਹੰਗ ਸਾਜਣ ਦੇ ਪਿੱਛੇ ਵੀ ਇੱਕ ਉਹਨਾਂ ਦੀ ਥਾਟ ਪ੍ਰੋਸੈਸ ਸੀਗਾ ਕਿ ਜਦੋਂ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਹੁੰਦੀ ਹੈ ਔਰ ਉਸ ਤੋਂ ਬਾਅਦ ਉਹਨਾਂ ਦਾ ਸੀਸ ਲੈ ਕੇ ਜਾਂਦੇ ਨੇ ਭਾਈ ਜੱਤਾ ਜੀ, ਤਾਂ ਉਹਨਾਂ ਨੇ ਪੁੱਛਿਆ ਵੀ ਉੱਥੇ ਲੋਕਾਂ ਨੇ ਕੋਈ ਪ੍ਰੋਟੈਸਟ ਨਹੀਂ ਕੀਤਾ? ਤੇ ਕਹਿੰਦੇ ਵੀ ਉਹਨਾਂ ਨੇ ਕਿਹਾ ਵੀ ਜੀ ਉੱਥੇ ਕੋਈ ਬੋਲਿਆ ਨਹੀਂ। ਤਾਂ ਗੁਰੂ ਸਾਹਿਬ ਨੇ ਉਸ ਦਿਨ ਕਿਹਾ, ਕਹਿੰਦੇ ਮੈਂ ਨਿਰਭਉ ਤੇ ਨਿਰਵੈਰ ਖਾਲਸਾ ਬਣਾਉਂਗਾ, ਤੇ ਉਹ ਨਿਹੰਗਾਂ ਦੀ ਫੌਜ ਸੀ। ਇਹ ਨਿਹੰਗਾਂ ਵਾਲੀ ਗੱਲ ਅਸੀਂ ਨਾ ਰਾਈਟ ਪਰਸਪੈਕਟਿਵ ਵਿੱਚ ਨਹੀਂ ਪਾ ਪਾਇਆ, ਇਹਦੇ ਤੇ ਜ਼ਿਆਦਾ ਡਿਸਕਸ਼ਨ ਨਹੀਂ ਹੋਈ। ਨਿਹੰਗ ਸਿੰਘਾਂ ਦਾ ਰੋਲ ਬਹੁਤ ਹੀ ਜ਼ਰੂਰੀ ਹੈ ਸਿੱਖੀਜ਼ਮ ਦੇ ਵਿੱਚ, ਕਿਉਂਕਿ ਨਿਹੰਗ ਦੇ ਦੋ ਆਸਪੈਕਟ ਨੇ। ਇੱਕ ਤਾਂ ਵਾਰੀਅਰ ਰੂਪ ਹੈ ਸਿੱਖ ਦਾ, ਠੀਕ ਹੈ। ਦੂਸਰਾ ਉਹ ਕਹਿੰਦੇ ਕਿ ਇਹ ਸਪਿਰਿਚੁਅਲੀ ਐਲੀਵੇਟ ਕਰੂਗਾ। ਜਿੰਨੀ ਮਰਿਆਦਾ ਨਿਹੰਗਾਂ ਦੀ ਸਖਤ ਹੈ, ਉਹ ਆਮ ਸਧਾਰਨ ਸਿੱਖ ਦੀ ਨਹੀਂ ਹੈ। 3 ਵਜੇ ਉੱਠ ਕੇ 5 ਬਾਣੀਆਂ ਦਾ ਪਾਠ ਕਰਨਾ, ਆਪਦੇ ਘੋੜਿਆਂ ਨੂੰ ਉਹਨਾਂ ਨੇ ਸਭ ਤੋਂ ਪਹਿਲਾਂ ਫੂਡ ਘੋੜਿਆਂ ਨੂੰ ਦੇਣਾ ਉਹਨਾਂ ਨੇ, ਉਸ ਤੋਂ ਬਾਅਦ ਉਹਨਾਂ ਨੇ ਆਪ ਛਕਣਾ। ਜੇ ਤੁਸੀਂ ਉਹਨਾਂ ਦੀ ਮਰਿਆਦਾ ਦੇਖੋ ਤਾਂ ਬਹੁਤ ਹੀ ਹਾਰਡ ਮਰਿਆਦਾ ਹੈ। ਇਸ ਕਰਕੇ ਗੁਰੂ ਸਾਹਿਬ ਨੇ ਕਿਹਾ ਸੀਗਾ ਕਿ ਮੇਰਾ ਨਿਰਵੈਰ ਖਾਲਸਾ ਤੇ ਨਿਰਭਉ ਖਾਲਸਾ, ਇਹ ਦੋ ਗੁਣ ਐਕਚੁਅਲੀ ਗੁਰੂ ਨਾਨਕ ਪਾਤਸ਼ਾਹ ਵੇਲੇ ਆਪਣੇ ਮੂਲ ਮੰਤਰ ਵਿੱਚ ਨੇ ਕਿ ਅਕਾਲ ਪੁਰਖ ਨਿਰਭਉ ਹੈ ਤੇ ਅਕਾਲ ਪੁਰਖ ਨਿਰਵੈਰ ਹੈ। ਤਾਂ ਗੁਰੂ ਸਾਹਿਬ ਕਹਿੰਦੇ ਵੀ ਜੇ ਤੁਸੀਂ ਇਸ ਲਾਈਨ ਤੇ ਚੱਲੋਗੇ ਤਾਂ ਤੁਸੀਂ ਨਿਰਭਉ ਤੇ ਨਿਰਵੈਰ ਹੋ ਜਾਓ। ਤੇ ਪ੍ਰਮਾਤਮਾ, ਜਦੋਂ ਬੰਦਾ ਨਿਰਭਉ ਤੇ ਨਿਰਵੈਰ ਆ ਤਾਂ ਉਹਦੀ ਸਪਿਰਿਚੁਅਲ ਜਰਨੀ ਹੈ ਜਿਹੜੀ ਉਹ ਬਹੁਤ ਅੱਗੇ ਚਲੀ ਜਾਂਦੀ ਹੈ। ਰਾਜ ਕਰਨ ਵਾਲਿਆਂ ਨੂੰ ਸਿੱਧੀ ਚੁਣੌਤੀ ਦੇਣੀ ਔਰ ਉਹਨਾਂ ਦੇ ਸਮਾਜਿਕ ਤਾਣੇ ਬਾਣੇ ਨੂੰ ਖਦੇੜ ਦੇਣਾ, ਸਮਾਜਿਕ ਨਵੀਆਂ ਪਿਰਤਾਂ ਪਾਉਣੀਆਂ, ਇਹ ਸ਼ਾਇਦ ਸਿੱਖ ਗੁਰੂਆਂ ਦੇ ਹਿੱਸੇ ਆਈਆਂ। ਇਸ ਤੋਂ ਪਹਿਲਾਂ ਇੱਦਾਂ ਨਹੀਂ ਸੀ ਹੁੰਦਾ। ਸਾਡੇ ਸਮਾਜ ਵਿੱਚ ਅਜੇ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਵੇਖਣ ਨੂੰ ਸੁਣਨ ਨੂੰ ਮਿਲਦੀਆਂ ਜਿਹੜੀਆਂ ਸਿੱਖੀ ਜਾਂ ਸਿੱਖ ਫਿਲਾਸਫੀ ਦੇ ਅਨੁਕੂਲ ਨਹੀਂ ਹੈ। ਸਿੱਖਾਂ ਵਿੱਚ ਵੀ ਨਹੀਂ ਹੈ, ਠੀਕ ਹੈ ਜੀ। ਸਿੱਖਾਂ ਵਿੱਚ ਵੀ ਉਹ ਅਜੇ ਧਾਰਨਾਵਾਂ ਜਿਹੜੀਆਂ ਉਹ ਇੰਨੀਆਂ ਸ਼ੁੱਧ ਹੋਈਆਂ ਨਹੀਂ ਜਿੰਨੀਆਂ ਹੋਣੀਆਂ ਚਾਹੀਦੀਆਂ, ਜਾਂ ਗੁਰੂ ਦਾ ਸੰਕਲਪ ਜੋ ਸੀ, ਗੁਰੂ ਦੀ ਜੋ ਵਿਚਾਰਧਾਰਾ ਸੀ, ਉਸ ਤਰੀਕੇ ਨਾਲ ਲਾਗੂ ਹੋ ਨਹੀਂ ਸਕੀ। ਇਹਦੇ ਪਿੱਛੇ ਕਾਰਨ ਭਾਵੇਂ ਕੋਈ ਹੋਣ,
ਪਰ ਮਨ ਤਾਂ ਇਹ ਹੈ ਨਾ ਕਿ ਜੇ ਉਹ ਲਾਗੂ ਕਰ ਲਈਏ ਤੇ ਇੱਕ ਰੈਵੋਲੂਸ਼ਨਰੀ ਚੇਂਜ ਆ ਜਾਊਗੀ ਸਮਾਜਿਕ ਵਿੱਚ, ਰਾਜਸੀ ਤਬਦੀਲੀ ਆ ਜਾਊਗੀ, ਸਮਾਜਿਕ ਤਬਦੀਲੀ ਆ ਜਾਊਗੀ, ਆਰਥਿਕ ਤਬਦੀਲੀ ਆ ਜਾਊਗੀ। ਇਹ ਲੱਗਦਾ ਹੀ ਹੈ ਨਾ MP ਸਿੰਘ ਜੀ, ਜਿਹੜੀ ਗੱਲ ਹੈ ਨਾ ਕਿ ਰਿਲੀਜਨ ਤੇ ਫਿਲਾਸਫੀ ਇਹ ਦੋ ਵੱਖਰੇ ਰਸਤੇ ਆ। ਅਸਲ ਵਿੱਚ ਕੀ ਹੋਇਆ ਕਿ ਫਿਊਡਲ ਏਜ ਸੀਗੀ, ਸਿੱਖੀਜ਼ਮ ਨੂੰ ਸਮਝਣ ਵਾਲੇ ਲੋਕ ਘੱਟ ਸੀ, ਸਿੱਖ ਫਿਲਾਸਫੀ ਨੂੰ ਸਮਝਣ ਵਾਲੇ ਲੋਕ ਘੱਟ ਸੀ, ਧਰਮ ਨੂੰ ਸਮਝਣ ਵਾਲੇ ਜ਼ਿਆਦਾ ਸੀ, ਧਰਮ ਨੂੰ ਲੋਕੀ ਜ਼ਿਆਦਾ। ਧਰਮ ਜਿਹੜਾ ਨਾ ਤੁਹਾਡਾ ਆਸਰਾ ਹੈ ਕਿ ਧਰਮ ਦੇ ਵਿੱਚ ਤੁਸੀਂ ਅਰਦਾਸ ਕਰਦੇ ਹੋ, ਤੁਹਾਡੀਆਂ ਲੋੜਾਂ ਦੀ ਪੂਰਤੀ ਹੈ। ਜਿਹੜੀ ਸਿੱਖ ਫਿਲਾਸਫੀ ਆ ਨਾ, ਇਹ ਤੁਹਾਡੇ ਵਿੱਚ ਬਹੁਤ ਵੱਡੇ ਬਦਲਾਅ ਕਰਦੀ ਆ। ਇੱਕ ਮੈਂ ਕਿਤਾਬ ਪੜ੍ਹੀ ਸੀ ਜੀ, ਉਹ ਕਹਿੰਦੇ ਸੀ ਸਿੱਖੀ ਖੰਨਿਓ ਤਿੱਖੀ। ਇਹ ਮੈਨੂੰ ਲੱਗਦਾ ਅਸਲ 'ਚ ਉਹ ਗੱਲ ਆ, ਅਸੀਂ ਉਹ ਧਰਮ ਵਾਲੇ ਪਾਸੇ ਨੂੰ ਤੁਰ ਗਏ ਤੇ ਅਸੀਂ ਸਮਝਦੇ ਕਿ ਸਿੱਖੀ ਦਾ ਬਹੁਤ ਪਸਾਰਾ ਹੋ ਰਿਹਾ, ਫਿਲਾਸਫੀ ਦਾ ਪਸਾਰਾ ਰੁਕ ਗਿਆ। ਕਿ ਜਿਹੜੇ ਉਸ ਟਾਈਮ ਦੇ ਸਕਾਲਰ ਤੁਸੀਂ ਦੇਖੋ, ਹਿਸਟੋਰੀਅਨ ਦੇਖੋ, ਉਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਆ ਕਿ ਸਿੱਖ ਰਿਲੀਜਨ ਨੂੰ ਤੇ ਸਿੱਖ ਫਿਲਾਸਫੀ ਨੂੰ ਸੈਪਰੇਟ ਕਰਕੇ ਦੇਖਣ ਦਾ। ਠੀਕ ਹੈ। ਐਕੈਡੈਮਿਕ ਐਂਗਲ ਦੇ ਉੱਪਰੋਂ ਸਿੱਖ ਫਿਲਾਸਫੀ ਮੈਂ ਸਮਝਦਾ ਕਿ ਪਰਿਵਾਰਾਂ ਨੂੰ ਪਹਿਲਾਂ ਸਮਝਣੀ ਚਾਹੀਦੀ ਹੈ, ਪੇਰੈਂਟਸ ਨੂੰ ਸਮਝਣੀ ਚਾਹੀਦੀ ਹੈ ਕਿ ਸਿੱਖ ਫਿਲਾਸਫੀ ਕੀ ਆ। ਸਾਡੀ ਧਾਰਨਾ ਹੈ ਕਿ ਗੁਰਦੁਆਰਾ ਸਾਹਿਬ ਜਾਣਾ, ਮੱਥਾ ਟੇਕਣਾ, ਫਿਰ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਣਾ, ਪਹਿਲਾਂ ਨਿਸ਼ਾਨ ਸਾਹਿਬ ਨੂੰ ਟੇਕ ਕੇ ਫਿਰ ਪਹਿਲਾਂ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਣਾ, ਫਿਰ ਲੰਗਰ ਛਕਣਾ, ਤੇ ਫਿਰ ਅਸੀਂ ਸਮਝਦੇ ਹਾਂ ਕਿ ਅਸੀਂ ਇੱਕ ਮਰਿਆਦਾ ਪੂਰੀ ਕਰਿਆ ਹੈ। ਇਹ ਧਾਰਨਾ ਜਦੋਂ ਪੇਰੈਂਟਸ ਕਰਦੇ ਆ ਤੇ ਬੱਚਿਆਂ ਨੂੰ ਵੀ ਇਹੀ ਲੱਗਦਾ ਕਿ ਵੀ ਇਹ ਇੱਥੋਂ ਤੱਕ ਹੀ ਸੀ, ਇਹੀ ਆ ਸਾਰਾ ਕੁਝ। ਤਾਂ ਜਿਹੜੀ ਸਪਿਰਿਟ ਹੈ, ਜਿਹੜੀ ਰੂਹ ਹੈ, ਉਹ ਗੁਰੂ ਘਰ ਜਾ ਕੇ ਵੀ ਬੱਚਾ ਪ੍ਰਾਪਤ ਨਹੀਂ ਕਰਦਾ, ਨਹੀਂ ਕਰ ਸਕਦਾ, ਨਾ ਪੇਰੈਂਟਸ ਪ੍ਰਾਪਤ ਕਰਦੇ ਹੈਗੇ। ਤਾਂ ਅਸੀਂ ਇਸੇ ਚੱਕਰ ਵਿਊ ਵਿੱਚ ਤੁਰੇ ਫਿਰਦੇ ਹਾਂ। ਤਾਂ ਫਿਰ ਸਾਨੂੰ ਲੱਗਦਾ ਕਿ ਸਿੱਖੀ ਦੀਆਂ ਆਹ ਮਰਿਆਦਾ ਠੀਕ ਨਹੀਂ, ਸਿੱਖੀ ਦੀ ਆਹ ਮਰਿਆਦਾ ਠੀਕ ਨਹੀਂ, ਕੰਟਰੋਵਰਸੀ ਖੜੀ ਹੋ ਅਸੀਂ ਕੰਟਰੋਵਰਸੀ ਚ ਹੋ ਜਾਂਦੇ। ਨਹੀਂ, ਫਿਰ ਬੈਟਰ ਤਾਂ ਇਹੀ ਹੈ ਨਾ ਜੀ ਕਿ ਉਹ ਪੜ੍ਹਿਆ ਜਾਵੇ। ਬਿਲਕੁਲ, ਤੁਹਾਡੀ ਉਹ ਇਤਿਹਾਸ ਪੜ੍ਹਿਆ ਜਾਵੇ, ਉਹ ਫਿਲਾਸਫੀ ਪੜ੍ਹੀ ਜਾਵੇ। ਬਿਲਕੁਲ। ਉਹ ਜਿੰਨੇ ਚਿਰ ਫਿਲਾਸਫੀ ਪੜ੍ਹੀ ਨਹੀਂ ਜਾਂਦੀ, ਅਪਣਾਈ ਕਿਵੇਂ ਜਾਊਗੀ? ਕਿਸੇ ਦੇ ਕਹਿਣ ਤੇ ਤਾਂ ਉਹ ਲਾਗੂ ਨਹੀਂ ਹੋ ਜਾਣੀ। ਦੇਖੋ, ਗੁਰਬਾਣੀ ਜਿਹੜੀ ਹੈ ਨਾ, ਇਹ ਸਾਰਾ ਲੈਸਨ ਹੈ। ਇਹ ਮੈਂ ਤੁਹਾਨੂੰ ਇੱਕ ਸ਼ਬਦ ਦੱਸਦਾ ਕਿ ਗੁਰੂ ਸਾਹਿਬ ਨੇ ਇੱਕ ਸ਼ਬਦ ਕਿਹਾ ਕਿ ਸਾਚੇ ਤੇ ਪਾਉਣਾ ਪਿਆ, ਪੌਣੇ ਤੇ ਜਲ ਪਿਆ, ਸਾਚੇ ਤੇ ਪਾਉਣਾ ਪਿਆ, ਪੌਣੇ ਤੇ ਜਲ ਪਿਆ, ਜਲ ਤੇ ਤ੍ਰੈ ਭਵਨ ਸਾਜਿਆ। ਇਹ ਓਰੀਜਨ ਆਫ ਲਾਈਫ ਹੈ। ਸੱਚ ਪਹਿਲਾਂ ਸੀ, ਫਿਰ ਪੌਣ ਸੀ, ਫਿਰ ਜਲ ਸੀ, ਫਿਰ ਤ੍ਰਿਭਵਨ ਸੀ। ਇਹ 5 ਲਾਈਨਾਂ ਦੇ ਵਿੱਚ ਗੱਲ ਸਮਝਾ ਦਿੱਤੀ। ਜੇ ਆਪਾਂ ਕਿਸੇ ਸਾਇੰਟਿਸਟ ਨੂੰ ਕਹੋ ਤਾਂ ਉਹ ਇਹਦੇ ਤੇ ਵੱਡਾ ਗ੍ਰੰਥ ਲਿਖਣਗੇ। ਸਾਡੀ ਮੈਨੂੰ ਲੱਗਦਾ ਜੀ ਇੱਕ ਜਿਹੜੀ ਨਾ ਵੱਡੀ ਘਾਟ ਜਿਹੜੀ ਆ ਉਹ ਪੜ੍ਹਨ ਦੀ ਹੈ। ਉਹ ਪੜ੍ਹਨ ਦੀ ਹੈ। ਜੇ ਪੜ੍ਹਿਆ ਜਾਵੇ ਤੇ ਬਹੁਤ ਅਸੀਂ ਸੱਚ ਦੇ ਹੋਰ ਨੇੜੇ ਹੋ ਜਾਵਾਂਗੇ। ਮੈਂ ਨਹੀਂ ਕਹਿੰਦਾ ਕਿ ਜਿਹੜੇ ਗੁਰਦੁਆਰੇ ਜਾਂਦੇ ਆ, ਜਿਹੜੇ ਉੱਥੇ ਜਾ ਕੇ ਕਥਾ ਕੀਰਤਨ ਸੁਣਦੇ ਆ, ਵੀ ਉਹ ਸੱਚ ਤੋਂ ਦੂਰ ਆ। ਉਹ ਦੂਰ ਨਹੀਂ, ਉਹਨੂੰ ਰਸਤਾ ਜਿਹੜਾ ਵਾ ਉਹ ਉਹਨਾਂ ਨੇ ਚੁਣ ਲਿਆ, ਪਰ ਉੱਥੇ ਜਾ ਕੇ ਸੰਤੁਸ਼ਟੀ ਨਹੀਂ। ਸੰਤੁਸ਼ਟੀ ਨਹੀਂ, ਬਿਲਕੁਲ ਸੰਤੁਸ਼ਟੀ ਨਹੀਂ ਮਿਲਦੀ। ਉਹ ਸੰਤੁਸ਼ਟੀ ਤਾਂ ਹੀ ਮਿਲੂਗੀ ਜੇ ਉਹਨੂੰ ਆਪ ਪੜ੍ਹਨਗੇ। ਜਿਵੇਂ ਗੁਰੂ ਗ੍ਰੰਥ ਸਾਹਿਬ ਇਲਹਾਮ ਹੈ, ਸਾਰਾ ਗੁਰੂ ਗ੍ਰੰਥ ਸਾਹਿਬ ਪਰਮਾਤਮਾ ਦੀ ਗੱਲ ਕਰਦਾ। ਬਿਲਕੁਲ। ਅਸੀਂ ਕਹਿੰਦੇ ਹਾਂ ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ। ਇਸ ਤੋਂ ਅੱਗੇ ਗੁਰੂ ਗ੍ਰੰਥ ਸਾਹਿਬ ਇਸ ਤੋਂ ਅੱਗੇ ਇੱਕ ਸਟੈਪ ਦੱਸਦੇ ਨੇ। ਉਹ ਕਹਿੰਦੇ ਨੇ ਤੁਸੀਂ ਜੇ ਮੈਨੂੰ ਪੜ੍ਹਦੇ ਹੋ ਤਾਂ ਇਸ ਤੋਂ ਅੱਗੇ ਸਟੈਪ ਹੈ ਕਿ ਗੁਰ ਅਕਾਲ ਪੁਰਖ ਜਿਹੜਾ ਹੈਗਾ ਉਹਨੂੰ ਤੁਸੀਂ ਕਿਵੇਂ ਮਿਲਣਾ ਹੈ। ਜਿਹੜਾ ਨਾਨਕ ਸ਼ਬਦ ਹੈ ਨਾ, ਇਹ ਇੱਕ ਮਨੁੱਖ ਵਾਸਤੇ ਵਰਤਿਆ ਹੋਇਆ ਸ਼ਬਦ ਹੈਗਾ। ਠੀਕ ਹੈ। ਕਿ ਤੁਸੀਂ ਆਪਦੇ ਆਪ ਨੂੰ ਉੱਥੇ ਸਬਸਟੀਚਿਊਟ ਕਰ ਲਓ। ਜਿਵੇਂ ਨਾਨਕ ਨਾਮ ਚੜ੍ਹਦੀ ਕਲਾ, ਜੇ ਅਸੀਂ ਸਬਸਟੀਚਿਊਟ ਕਰ ਰਹੇ, ਮੈਂ ਵੀ ਕਹਿਣਾ ਵੀ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਤਾਂ ਫਿਲਾਸਫੀ ਤਾਂ ਹੀ ਸਮਝ ਆਊਗੀ ਨਾ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਖੋਲਾਂਗੇ, ਉਹਨੂੰ ਪੜ੍ਹਾਂਗੇ, ਉਹਦੇ ਤੇ ਵਿਚਾਰ ਕਰਾਂਗੇ। ਬਦਕਿਸਮਤੀ ਹੈ ਕਿ ਅਸੀਂ ਉਹਨਾਂ ਨੂੰ ਬੇਸ਼ਕੀਮਤੀ ਰਸਾਲੇ ਜਿਹੜੇ ਹੈਗੇ ਆ ਰੁਮਾਲਿਆਂ 'ਚ ਅਸੀਂ ਢੱਕ ਲੈਂਦੇ ਆ ਤੇ ਸਿਰਫ ਮੱਥਾ ਟੇਕਦੇ ਆ। ਉਹ ਰੁਮਾਲਿਆਂ ਵਾਲੀ ਮਰਿਆਦਾ ਵੀ, ਕਿਉਂਕਿ ਹਰਿਮੰਦਰ ਸਾਹਿਬ ਸੀਗੀ, ਉਹ ਵੀ ਮਰਿਆਦਾ ਆਪਣੇ ਆਪ ਦੇ ਵਿੱਚ। ਰੁਮਾਲੇ ਪਾਉਣਾ ਮਾੜੀ ਗੱਲ ਨਹੀਂ ਹੈ, ਮਾੜੀ ਗੱਲ ਨਹੀਂ ਹੈ, ਪਰ ਸਿਰਫ ਰੁਮਾਲੇ ਪਾਉਣਾ ਹੀ ਮਾੜੀ ਗੱਲ। ਜਾਨੀ ਮੱਥਾ ਟੇਕ ਕੇ ਵਾਪਸ ਆਉਣਾ, ਉਹਦੇ ਨਾਲ ਤੁਸੀਂ ਗੇਨ ਨਹੀਂ ਕਰ ਰਹੇ। ਬਿਲਕੁਲ। ਉਸ ਦਿਨ ਦਾ ਜਿਹੜਾ ਹੁਕਮਨਾਮਾ ਹੈ ਤਕਰੀਬਨ ਗੁਰਦੁਆਰਾ ਸਾਹਿਬਾਨ ਦੇ ਵਿੱਚ ਲਿਖਿਆ ਹੁੰਦਾ, ਬਾਹਰ ਲਿਖਿਆ ਹੁੰਦਾ। ਤੁਸੀਂ 10 ਮਿੰਟ ਲਾ ਕੇ ਆਪ ਪੜ੍ਹ ਲਓ ਗੁਰਦੁਆਰੇ। ਕਈ ਵਾਰ ਅਰਥ ਵੀ ਲਿਖੇ ਹੁੰਦੇ ਨਾਲ। ਅਰਥ ਵੀ ਲਿਖੇ ਹੁੰਦੇ ਆ। ਇਸ ਟਾਈਮ ਤਾਂ ਗੂਗਲ ਦੇ ਉੱਪਰ ਅੱਜਕੱਲ ਹਰ ਚੀਜ਼ ਸਭ ਚੀਜ਼ ਅਵੇਲੇਬਲ ਹੈ। ਜੇ ਤੁਸੀਂ ਸੋਚਦੇ ਹੋ ਵੀ ਸਿੱਖ ਫਿਲਾਸਫੀ ਤੁਹਾਡੇ ਘਰਾਂ ਵਿੱਚ ਆ ਜਾਵੇ, ਕੁਝ ਕਿਤਾਬਾਂ ਸਿੱਖ ਫਿਲਾਸਫੀ ਦੀਆਂ ਤੁਹਾਡੇ ਘਰ ਹੋਣੀਆਂ ਚਾਹੀਦੀਆਂ, ਔਰ ਤੁਹਾਨੂੰ ਬੱਚੇ ਨੂੰ ਉਹਨਾਂ ਨੂੰ ਪੜ੍ਹਨ ਦਾ ਸ਼ੌਕ ਹੋਣਾ ਚਾਹੀਦਾ। ਆਪ ਤਾਂ ਪੜ੍ਹੀਏ ਪਹਿਲਾਂ ਜੀ ਬਰਾੜ ਸਾਹਿਬ, ਮੈਂ ਤਾਂ ਇੱਥੇ ਖੜਾ ਕਿ ਪਹਿਲਾਂ ਆਪ ਪੜ੍ਹ ਲਈਏ।
ਜੇ ਸਾਨੂੰ ਸਮਝ ਆ ਜੂਗੀ ਤੇ ਬੱਚਿਆਂ ਨੂੰ ਵੀ ਕਹਿ ਦਾਂਗੇ ਪੜ੍ਹ ਲਓ। ਠੀਕ ਹੈ ਕਿ ਰੋਲ ਆਫ ਪੇਰੈਂਟਸ ਜਿਹੜਾ ਜਾਂ ਕਈ ਵਾਰੀ ਬੱਚੇ ਦੇਖਦੇ ਆ ਨਾ ਕਿ ਸਾਡੇ ਪੇਰੈਂਟਸ ਕੀ ਪੜ੍ਹਦੇ ਪਏ ਆ, ਵੀ ਉਹ ਇੰਟਰਸਟ ਨਾਲ ਪੁੱਛਦੇ ਕੀ ਪੜ੍ਹਦੇ ਆ, ਤੇ ਅਸੀਂ ਉਹਨੂੰ ਦੱਸਾਂਗੇ ਕਿ ਸਾਨੂੰ ਖੁਦ ਨੂੰ ਨਹੀਂ ਪੜ੍ਹਨ ਦੀ ਆਦਤ ਜਾਂ ਖੁਦ ਨੂੰ ਸਮਝ ਨਹੀਂ ਲੱਗਦੀ, ਤੇ ਅਸੀਂ ਉਹਨਾਂ ਨੂੰ ਕੀ ਦੱਸਾਂਗੇ। ਕਿਉਂਕਿ ਜਿਹੜੇ ਹਿਸਟੋਰੀਅਨਸ ਨੇ ਉਹਨਾਂ ਨੇ ਆਪਦਾ ਰੋਲ ਅਦਾ ਕੀਤਾ ਹੋਇਆ, ਜਿਹੜੇ ਰਾਈਟਰ ਨੇ ਉਹਨਾਂ ਨੇ ਆਪਦਾ ਰੋਲ ਅਦਾ ਕਰ ਦਿੱਤਾ, ਉਹਨਾਂ ਨੇ ਕਿਤਾਬਾਂ ਲਿਖਤੀਆਂ, ਹਜ਼ਾਰਾਂ ਕਿਤਾਬਾਂ ਜਿਹੜੀਆਂ ਹੈਗੀਆਂ ਇਸ ਟਾਈਮ ਸਿੱਖ ਫਿਲਾਸਫੀ ਤੇ ਸਿੱਖ ਰਿਲੀਜਨ ਦੀਆਂ ਹੈਗੀਆਂ, ਪਰ ਬਹੁਤੀਆਂ ਕਿਤਾਬਾਂ ਜਿਹੜੀਆਂ ਲਾਇਬ੍ਰੇਰੀਆਂ ਦਾ ਸ਼ਿੰਗਾਰ ਬਣ ਕੇ ਪਈਆਂ, ਉਹਨਾਂ ਨੂੰ ਘਰਾਂ 'ਚ ਲਿਆਉਣ ਦੀ ਲੋੜ ਹੈ। ਬਹੁਤ ਦੇਰ ਪਹਿਲਾਂ ਇੰਗਲਿਸ਼ ਆਥਰ ਨੇ ਮੈਕੌਲਫ ਨੇ, ਉਹਨਾਂ ਨੇ ਹਿਸਟਰੀ ਆਫ ਸਿੱਖ ਰਿਲੀਜਨ ਸਿੱਖ ਗੁਰੂ 'ਚ ਲਿਖੀ ਆ, ਔਰ ਹਰ 1900 ਦੀ ਲਿਖੀ ਹੋਈ ਕਿਤਾਬ ਜਿਹੜੀ ਹੈਗੀ ਹਰ ਥਾਂ ਤੇ ਕੋਟ ਹੁੰਦੀ ਹੈ। ਉਹਨਾਂ ਲੋਕਾਂ ਨੂੰ ਕਿੰਨੀ ਇੰਪੋਰਟੈਂਟ ਲੱਗੀ ਸਿੱਖ ਫਿਲਾਸਫੀ। ਖੁਸ਼ਵੰਤ ਸਿੰਘ ਜੀ ਨੇ ਕਿਤਾਬਾਂ ਲਿਖੀਆਂ ਫਿਲਾਸਫੀ ਦੇ ਉੱਪਰ, ਪਤਵੰਤ ਸਿੰਘ ਨੇ ਲਿਖੀਆਂ, 5-6 ਜਿਹੜੇ ਨੇ ਜਿਨ੍ਹਾਂ ਨੇ ਟਰਾਂਸਲੇਸ਼ਨ ਕਰ ਦਿੱਤੀ ਅੰਗਰੇਜ਼ੀ ਦੇ ਵਿੱਚ, ਮਨਮੋਹਨ ਸਿੰਘ ਨੇ, ਡਾਕਟਰ ਗੋਪਾਲ ਸਿੰਘ ਨੇ, ਪੰਜਾਬੀ ਯੂਨੀਵਰਸਿਟੀ ਆ, ਸਾਹਿਬ ਸਿੰਘ ਜੀ ਨੇ, ਇੰਨਾ ਖਜ਼ਾਨਾ ਸਾਡਾ ਪਿਆ ਹੈਗਾ ਘਰਾਂ ਦੇ ਵਿੱਚ। ਮੈਨੂੰ ਲੱਗਦਾ ਕਿ ਬਾਹਰ ਤਾਂ ਜ਼ਰੂਰ ਬਣ ਜਾਂਦੇ ਆ, ਇੱਕ ਅਲਮਾਰੀ ਕਿਤਾਬਾਂ ਵਾਸਤੇ ਨਹੀਂ ਹੁੰਦੀ। ਅਲਮਾਰੀ ਕੀ ਇੱਕ ਕਿਤਾਬ ਹੀ ਨਹੀਂ ਹੁੰਦੀ। ਮੇਰਾ ਇੱਕ ਸੁਨੇਹਾ ਹੈ ਸਾਰਿਆਂ ਨੂੰ, ਸਿੱਖ ਫਿਲਾਸਫੀ ਦੇ ਬਾਰੇ ਜਾਣਕਾਰੀ ਲੈਣ ਵਾਸਤੇ ਸਾਨੂੰ ਕਿਤਾਬਾਂ ਦੇ ਨਾਲ ਜੁੜਨਾ ਪਏਗਾ। ਫਿਲਾਸਫੀ 'ਚ ਸਮਝ ਤਾਂ ਹੀ ਆਉਣੀ ਹੈ, ਨਹੀਂ ਤੇ ਐਵੇਂ ਝੱਕ ਮਾਰਨ ਵਾਲੀ ਗੱਲ ਹੈ ਤੇ ਗਾਹੇ ਬਗਾਹੇ ਚਿੰਤਾ ਜ਼ਾਹਰ ਕਰਨ ਵਾਲੀ ਗੱਲ ਹੈ। ਚਿੰਤਾ ਨਾਲ ਕੁਛ ਨਹੀਂ ਹੋਣਾ, ਝੱਕ ਮਾਰ ਕੇ ਵੀ ਕੁਛ ਨਹੀਂ ਲੱਭਣਾ, ਇਹਨੂੰ ਪ੍ਰੈਕਟੀਕਲ ਹੋਣਾ ਪਏਗਾ। ਬਹੁਤ ਸਾਰਾ ਇਤਿਹਾਸ, ਬਹੁਤ ਸਾਰੀ ਫਿਲਾਸਫੀ ਜਿਹੜੀ ਆ ਉਹ ਸਰਲ ਸ਼ਬਦਾਂ ਦੇ ਵਿੱਚ ਕਿਤਾਬਾਂ 'ਚ ਲਿਖੀ ਪਈ ਹੈ। ਭੰਡਾਰ ਬਹੁਤ ਵੱਡਾ, ਜੇ ਅਸੀਂ ਉਹਦੇ ਵਿੱਚੋਂ ਗੋਲ 'ਚੋਂ ਇੱਕ ਪੂਣੀ ਵੀ ਕੱਤ ਲਈਏ ਤੇ ਬੜਾ ਵੱਡਾ ਫਾਇਦਾ ਹੋ ਸਕਦਾ। ਡਾਕਟਰ ਸਾਹਿਬ ਤੁਸੀਂ ਬਹੁਤ ਪਿਆਰੀਆਂ ਗੱਲਾਂ ਕੀਤੀਆਂ, ਸਿੱਖ ਫਿਲਾਸਫੀ ਨੂੰ ਨੇੜਿਓਂ ਹੋ ਕੇ ਤੱਕਣ ਦਾ ਹਲੂਣਾ ਜਿਹਾ ਦਿੱਤਾ। ਦੇਖਦੇ ਹਾਂ ਸਾਡੇ ਦਰਸ਼ਕ, ਸਾਡੇ ਸਰੋਤੇ ਇਹ 'ਤੇ ਕੀ ਰਿਸਪੌਂਸ ਦਿੰਦੇ ਆ। ਜੇ ਪ੍ਰੋਗਰਾਮ ਚੰਗਾ ਲੱਗੇ ਤੇ ਇਹਨੂੰ ਲਾਈਕ ਕਰਕੇ ਅੱਗੇ ਸ਼ੇਅਰ ਵੀ ਕਰ ਦਿਓ, ਔਰ ਨਾਲ ਦੀ ਨਾਲ ਇਹਦੇ 'ਤੇ ਕੌਮੈਂਟ ਜ਼ਰੂਰ ਦਿਓ। ਬਰਾੜ ਸਾਹਿਬ ਮਿਹਰਬਾਨੀ ਤੁਹਾਡੀ, ਥੈਂਕ ਯੂ ਵੈਰੀ ਮਚ। ਥੈਂਕ ਯੂ ਵੈਰੀ ਮਚ ਵਾਇਸ ਔਨ ਮੀਡੀਆ, ਥੈਂਕ ਯੂ ਵੀਅਰਸ। ਲੇਟੈਸਟ ਇੱਕ ਬੁੱਕ ਆਈ ਹੈ ਸੀਕਿੰਗ ਨਾਨਕ, ਉਹਦੇ ਵਿੱਚ ਐਡਿਟ ਕੀਤੇ ਹੋਏ 8-10 ਸਕੋਲਰਸ ਨੇ, ਤੇ ਆਈ ਵੁੱਡ ਰਿਕੁਐਸਟ ਕਿ ਉਹ ਕਿਤਾਬ ਜੇ ਤੁਹਾਨੂੰ ਅਵੇਲੇਬਲ ਹੋਵੇ ਤਾਂ ਉਹ ਜ਼ਰੂਰ ਦੇਖੋ, ਉਹ ਲੇਟੈਸਟ ਹੈ ਸੀਕਿੰਗ ਨਾਨਕ। ਠੀਕ ਹੈ, ਬਹੁਤ ਮਿਹਰਬਾਨੀ, ਥੈਂਕ ਯੂ।